ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ। ਇਮ ਦਾਸੀ ਕਰ ਗੋਪ ਬਾਤ ਕੋ ਸੁਨੈ ਸੁਨੈ ਬੂਝਤ ਬਹ ਨਾਰ। ਇਤ ਸ਼੍ਰੀ ਅਰਜਨ ਅਤ ਉਤਸਾਹਤ ਮੰਗਤ ਕੋ ਦੈ ਦਰਬ ਅਪਾਰ। ਇਮ ਦਾਸੀ ਕਾਰ ਗੋਪ ਬਾਤ ਕੋ ਸੁਨੈ ਸੁਨੈ ਬੂਝਤ ਬਹ ਨਾਰ। ਇਤ ਸ਼੍ਰੀ ਅਰਜਨ ਅਤ ਉਤਸਾਹਤ ਮੰਗਤ ਕੋ ਦੈ ਦਰਬ ਅਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਔਰ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਕਿਰਪਾ ਮਿਹਰਾਮਤ ਸਦਕਾ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਦੀਨਾ ਬੰਧੂ ਭਗਤ ਵਛਲ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦਾ ਅਵਤਾਰ ਕਰੁਣਾ ਨਿਦਾਨ 10 ਪਾਤਸ਼ਾਹੀਆਂ ਜੀ ਦੇ ਪਾਵਨ ਪਵਿੱਤਰ ਸਰੂਪ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਪਿਛਲੇ ਸਮੇਂ ਤੋਂ ਪਾਵਨ ਪਵਿੱਤਰ ਸਤਿਗੁਰਾਂ ਦੀ ਹਜ਼ੂਰੀ ਅੰਦਰ ਗਰੀਬ ਨਵਾਜ ਦੀ ਦਇਆ ਸਦਕਾ ਚੱਲ ਰਹੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਰੂਪ ਅੰਦਰ ਕਾਥਾ ਆਪ ਨਿਤਾ ਪ੍ਰਤੀ ਸਤਿਗੁਰਾਂ ਦੇ ਪ੍ਰੇਮ ਦੇ ਖਿੱਚੇ ਹੋਏ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਸਤਿਗੁਰਾਂ ਦੀ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਮਾਣਦੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੇ ਪ੍ਰਸੰਗ ਕੁਝ ਸਮੇਂ ਤੋਂ ਆਪਾਂ ਵਿਚਾਰ ਰਹੇ ਹਾਂ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਸੁਣਿਆ ਪੜ੍ਹਿਆ ਵਿਚਾਰਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਮਾਤਾ ਗੰਗਾ ਸਾਹਿਬ ਜੀ, ਤਿਨਾਂ ਦੇ ਗ੍ਰਹਿ ਵਿਖੇ ਬਾਲ ਰੂਪ ਹੋ ਕਰ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ ਤੇ ਵਿਧੀ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਇਹ ਬਣੀ ਹੈ। ਭਾਵ ਕਿ ਧੰਨ 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 ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਦੀ ਸ਼ੋਭਾ ਹੋ ਰਹੀ ਹੈ। ਸਭ ਇਹ ਸ਼ੋਭਾ ਕਰਦੇ ਆ ਕਿ ਚਿਰ ਤੋਂ ਮਾਤਾ ਗੰਗਾ ਜੀ ਦੇ ਘਰ ਸਾਹਿਬਜ਼ਾਦੇ ਅਵਤਰੇ ਹੈ। ਇਹ ਮਿਹਰਾਮਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੂਰੇ ਸੂਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੇ ਵਰਦਾਨ ਰੂਪ ਕੀਤੀ ਹੈ। ਇਹ ਗੱਲ ਖਾਲਸਾ ਜੀ ਤੁਰਦੀ ਹੋਈ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਰਹੇ ਪ੍ਰਿਥੀ ਚੰਦ ਦੇ ਘਰ ਵਿੱਚ ਵੀ ਪਹੁੰਚੀ। ਦਾਸੀ ਨੇ ਆਣ ਮਾਤਾ ਕਰਮੋਂ ਨੂੰ ਦੱਸਿਆ ਕਿ ਇਹ ਬੀਬੀ ਸੁਣਿਆ ਹੈ ਵੀ ਤੁਹਾਡੇ ਸ਼ਰੀਕਾਂ ਦੇ ਘਰ ਵਿੱਚ ਬੜੀਆਂ ਖੁਸ਼ੀਆਂ ਖੇੜੇ ਹੈ। ਮੇਰੀ ਕਹਿਣ ਤੋਂ ਮੁਰਾਦ ਇਹ ਹੈ ਵੀ ਮਾਤਾ ਗੰਗਾ ਜੀ ਦੇ ਘਰ ਸਾਹਿਬਜ਼ਾਦਿਆਂ ਜਨਮ ਲਿਆ ਹੈ। ਭਾਵੇਂ ਤੁਹਾਡਾ ਪਤੀ ਬਾਬਾ ਪ੍ਰਿਥੀ ਚੰਦ ਕਹਿੰਦਾ ਰਿਹਾ ਵੀ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਹੋਣੀ ਨਹੀਂ, ਵਿਉਂਤ ਬਣਾ ਕੇ ਭਾਵੇਂ ਤੁਸਾਂ ਨੇ ਅੰਮ੍ਰਿਤਸਰ ਸਾਹਿਬ ਤੋਂ ਵੀ ਕੱਢ ਦਿੱਤਾ, ਪਰ ਤੁਹਾਡੇ ਸ਼ਰੀਕ ਘਟੇ ਨਹੀਂ ਸਗੋਂ ਵਧੇ ਹੈ। ਉਹਨਾਂ ਦੀ ਵਡਿਆਈ ਹੋਰ ਹੋ ਰਹੀ ਹੈ। ਤੁਸੀਂ ਇੱਥੇ ਪਾਈ ਪਾਈ ਨੂੰ ਤਰਸ ਰਹੇ ਹੋ। ਉਹਨਾਂ ਵਡਾਲੀ ਜਾ ਕਰਕੇ ਉੱਥੇ ਵੀ ਅੰਮ੍ਰਿਤਸਰ ਸਾਹਿਬ ਵਾਂਗੂ ਬੜੀਆਂ ਰੌਣਕਾਂ ਤੇ ਸੰਗਤਾਂ ਦਾ ਪਿਆਰ ਜਿਹੜਾ ਹਾਸਲ ਕੀਤਾ ਹੈ। ਉਹਨਾਂ ਦੇ ਘਰ ਤਿਲ ਸੁੱਟਣ ਨੂੰ ਥਾਂ ਨਹੀਂ, ਵਧਾਈਆਂ ਹੋ ਰਹੀਆਂ, ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਹੈ। ਸੁਣ ਕੇ ਬੀਬੀ ਕਰਮੋਂ ਬਹੁਤ ਤਪੀ ਹੈ, ਦੁੱਖ ਮਨ ਵਿੱਚ ਧਾਰਿਆ, ਮਾਨੋ ਕਿਸੇ ਹਿਰਦੇ ਦੇ ਵਿੱਚ ਜਾਂ ਕਲੇਜੇ ਦੇ ਵਿੱਚ ਸੱਲ ਮਾਰਿਆ ਹੋਵੇ।
ਘਰ ਆਏ ਬਾਬਾ ਪ੍ਰਿਥੀ ਚੰਦ ਨੂੰ ਸਾਰੀ ਗੱਲ ਦੱਸੀ ਵੀ ਭਾਵੇਂ ਤੁਸੀਂ ਕਹਿੰਦੇ ਸੀ ਵੀ ਉਹਨਾਂ ਦੇ ਘਰੇ ਪੁੱਤਰ ਨਹੀਂ ਪੈਦਾ ਹੋਣਾ, ਪਰ ਤੁਹਾਡੀ ਗੱਲ ਝੂਠੀ ਨਿਕਲੀ। ਵੇਖੋ ਖਾਂ, ਆਪਾਂ ਇੱਥੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਰਹਿੰਦੇ ਹੋਏ, ਉਹਨਾਂ ਦੇ ਵਸਾਏ ਨਗਰ ਵਿੱਚ ਰਹਿੰਦੇ ਹੋਏ ਵੀ ਉਜੜਿਆਂ ਵਰਗੇ ਆ, ਤੇ ਜਿਹੜੇ ਉਜਾੜ ਕੇ ਤੋਰੇ ਸੀ ਇੱਥੋਂ ਗੁਰੂ ਅਰਜਨ ਦੇਵ ਤੁਹਾਡੇ ਭਰਾਤਾ ਗੰਗਾ ਜੀ ਸਮੇਤ, ਉਹ ਉਜੜੇ ਹੋਏ ਵੀ ਵਸਿਆਂ ਨਾਲੋਂ ਵੱਧ ਹੈ। ਪ੍ਰਿਥੀ ਚੰਦ ਹੁਣ ਸਮਝਾਉਂਦਾ ਹੈ ਵੀ ਝਗੜਾ ਕਰਨ ਦੀ ਲੋੜ ਨਹੀਂ, ਜਿਹੜਾ ਕੁਝ ਹੋਇਆ ਸੋ ਹੋਇਆ। ਇਹਨਾਂ ਦੇ ਭਾਗ ਵਿੱਚ ਪੁੱਤਰ ਕਿੱਥੇ ਸੀ, ਅਜੇ ਪ੍ਰਾਪਤੀ ਹੈ ਨਹੀਂ ਸੀ। ਇਹ ਤਾਂ ਫਿਰ ਪੂਰੇ ਸਿੱਖ ਦੀ ਸੇਵਾ ਕਰੇ ਤੋਂ ਇਹ ਫਲ ਮਿਲਿਆ। ਬਾਬਾ ਬੁੱਢਾ ਸਾਹਿਬ ਜੀ ਦੇ ਵਰ ਰੂਪੇ ਬਚਨ ਹੋਏ, ਜਿਸ ਕਰਕੇ ਸਾਰਾ ਕੁਝ ਹੋਇਆ। ਇਹ ਗੱਲ ਪ੍ਰਿਥੀ ਚੰਦ ਵੀ ਜਾਣਦਾ, ਮੰਨਦਾ ਵੀ ਤੇ ਕਹਿੰਦਾ ਵੀ ਹੈ। ਫਿਰ ਇਹਨਾਂ ਵਿਉਂਤ ਬਣਾਈ ਵੀ ਹੁਣ ਇਉਂ ਕਰੀਏ, ਹੁਣ ਹਾਰ ਤਾਂ ਹੋ ਗਈ, ਅਗਾਂਹ ਦਾ ਸੋਚੀਏ। ਜੇ ਮਿਹਰਬਾਨ ਨੂੰ ਗੁਰਤਾ ਤਖਤ ਤੇ ਬਾਉਣਾ ਹੈ ਤੇ ਮਾਤਾ ਗੰਗਾ ਦੇ ਸਾਹਿਬਜ਼ਾਦੇ ਨੂੰ ਮਾਰਨਾ ਹੋਵੇਗਾ, ਤੇ ਮਾਰਨ ਵਾਸਤੇ ਹੁਣ ਸਮਾਂ ਇਹ ਹੈ ਵੀ ਜਿੰਨਾ ਸਮਾਂ ਮਾਤਾ ਦੀ ਬੁੱਕਲ 'ਚ ਹੀ ਰਹਿਣਾ ਅਜੇ। ਕੱਲ ਕਿੰਨੇ ਵੇਖਿਆ, ਇਹ ਕੰਮ ਜਿੰਨੀ ਛੇਤੀ ਹੋਵੇ ਓਨਾ ਹੀ ਆਪਣਾ ਫਾਇਦਾ। ਤੇ ਹੇ ਕਰਮੋ ਤੂੰ ਕੋਈ ਦਾਈ ਕੋਈ ਮਾਈ ਲੱਭ, ਜਿਹੜੀ ਪੈਸੇ ਦੇ ਲਾਲਚ ਨੂੰ ਇਹ ਕੰਮ ਕਰੇ। ਅੰਮ੍ਰਿਤਸਰ ਸਾਹਿਬ ਤੋਂ ਵੇਖ, ਜੇ ਇੱਥੋਂ ਕੋਈ ਚਲੀ ਜਾਵੇ ਵਡਾਲੀ ਮਾਤਾ ਗੰਗਾ ਦੇ ਘਰ, ਜੇ ਇੱਥੋਂ ਨਹੀਂ ਮਿਲਦੀ ਤੇ ਵਡਾਲੀਓਂ ਮਿਲ ਜੇ ਬੜਾ ਵਧੀਆ। ਤੇ ਜੇ ਕਿਤੇ ਕੋਈ ਮਾਤਾ ਗੰਗਾ ਜੀ ਦੀ ਦਾਸੀ ਮਿਲ ਜਾਵੇ, ਕੋਈ ਉੱਥੇ ਕੰਮ ਕਰਨ ਵਾਲੀ ਸੇਵਾ ਕਰਨ ਵਾਲੀ, ਫਿਰ ਤਾਂ ਬਹੁਤ ਹੀ ਸੌਖਾ ਤੇ ਪਤਾ ਵੀ ਨਹੀਂ ਲੱਗੇਗਾ ਆਪਣੇ ਬਾਬਤ। ਇਹ ਸਲਾਹ ਕੀਤੀ, ਰਾਤ ਦਿਨ ਹੁਣ ਲੱਭਦੇ ਐ। ਆਪਦੀ ਦਾਸੀ ਨੂੰ ਸੱਦ ਕੇ ਬੀਬੀ ਕਰਮੋਂ ਨੇ ਕੰਨੀ ਗੱਲ ਕੱਢ ਦਿੱਤੀ ਵੀ ਲੱਭ ਕੋਈ ਇਹੋ ਜੀ ਜਿਹਨੂੰ ਪੈਸਿਆਂ ਦੀ ਜ਼ਰੂਰਤ ਹੋਵੇ ਤੇ ਪੈਸੇ ਪਿੱਛੇ ਕੋਈ ਵੀ ਪਾਪ ਕਰਨਾ ਜਾਣਦੀ ਹੋਵੇ। ਉਹ ਦਾਸੀ ਫਿਰ ਫਿਰ ਕੇ ਸ਼ਹਿਰ ਦੇ ਵਿੱਚ ਕਣਸੋਆ ਲੈਂਦੀ ਹੈ, ਤੇਜ਼ ਤਰਾਰ ਹੈ ਵੀ ਪੁੱਛੀਏ ਤੇ ਪਤਾ ਵੀ ਨਾ ਲੱਗੇ। ਵੀ ਕੋਈ ਇਹੋ ਜਿਹੀ ਮਾਈ ਲੱਭਦੀ ਆ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨਾਲ ਈਰਖਾ ਕਰਦੀ ਹੋਵੇ, ਕਿਉਂਕਿ ਪ੍ਰੇਮ ਵਾਲਾ ਤਾਂ ਸਾਧ ਸੰਗਤ ਦੀ ਮਾਇਆ ਲੈ ਕੇ ਵੀ ਐਸਾ ਪਾਪ ਨਹੀਂ ਕਰਦਾ। ਤੋ ਰੱਬ ਦਾ ਭੈ ਮੰਨਣ ਵਾਲਾ ਦੁਸ਼ਮਣ ਨਾਲ ਵੀ ਐਸਾ ਨਹੀਂ ਕਰਨ ਦੀ ਸੋਚੇਗਾ। ਇਹ ਤਾਂ ਕੋਈ ਪਰਮੇਸ਼ਵਰ ਤੋਂ ਕੋਈ ਮੁਨਕਰ ਹੋਵੇ ਤੇ ਹੋਵੇ ਪਾਪੀ ਅੱਤ ਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨਾਲ, ਮਾਤਾ ਗੰਗਾ ਜੀ ਦੇ ਘਰ ਨਾਲ ਬਹੁਤਾ ਵੈਰ ਰੱਖਣ ਵਾਲਾ, ਈਰਖਾ ਰੱਖਣ ਵਾਲਾ ਕੋਈ ਮਾਈ ਲੱਭੇ, ਭਾਈ ਲੱਭੇ। ਉਹ ਦਾਸੀ ਲੱਭਦੀ ਫਿਰਦੀ ਫਿਰ ਇਸ ਤਰ੍ਹਾਂ ਕੁਝ ਪ੍ਰਸੰਗ ਆਪਾਂ ਕੱਲ ਸੁਣਿਆ। ਅੱਗੇ ਜਿਵੇਂ ਇੱਧਰ ਵਡਾਲੀ ਦੇ ਵਿੱਚ ਬੜੇ ਸ਼ੁਭ ਵਿਹਾਰ ਸ਼ਗਨ ਹੋ ਰਹੇ ਹੈ, ਖੁਸ਼ੀਆਂ ਦੇ ਮਾਹੌਲ ਬਣੇ ਹੋਏ ਹੈ, ਖੇੜੇ ਹੈ, ਸ਼ਹਿਨਾਈਆਂ, ਨਿੱਕੇ ਛੋਟੇ ਨਗਾਰੇ ਵੱਜਦੇ ਆ, ਵਧਾਈਆਂ ਹੁੰਦੀਆਂ, ਸੰਗਤਾਂ ਦਰਸ਼ਨ ਕਰਨ ਆਉਂਦੀਆਂ। ਇੱਧਰ ਮਹਾਰਾਜ ਦੇ ਘਰ ਦੇ ਵਿੱਚ ਆਨੰਦ ਹੋ ਰਿਹਾ ਹੈ। ਉਧਰ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਈਰਖਾ ਦੇ ਮਾਰੇ ਸੜਦੇ ਹੈ, ਬਲਦੇ ਹੈ, ਰਿੱਝਦੇ ਹੈ, ਤੇ ਆਪਣੇ ਪਾਪ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਕੋਈ ਲਾਲਚੀ ਮਾਈ ਲੱਭ ਰਹੇ ਅੰਮ੍ਰਿਤਸਰ ਸਾਹਿਬ ਦੇ ਵਿੱਚ। ਜਿਵੇਂ ਫਿਰ ਉਹ ਇੱਕ ਦਾਈ ਮਾਇਆ ਲੈ ਕਰਕੇ 100 ਰੁਪਈਆ ਪਹਿਲਾਂ ਲੈ ਕਰਕੇ ਪਾਪ ਕਰਨ ਨੂੰ ਫਿਰ ਤਰਜੀਹ ਦਿੱਤੀ। ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਵਡਾਲੀ ਆਈ ਤੇ ਦੁੱਧ ਪਿਆਉਣ ਦੇ ਬਹਾਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛਾਤੀ ਨਾਲ ਲਾ ਕੇ ਜ਼ਹਿਰ ਦੇਣ ਦੀ ਇਹਨੇ ਕੋਸ਼ਿਸ਼ ਕੀਤੀ, ਪਰ ਪਰਮੇਸ਼ਰ ਨੂੰ ਕੌਣ ਮਾਰੇ। ਜੰਮਣਾ ਮਰਨਾ ਜਿਹਦੇ ਸੰਸਾਰ ਸਾਰੇ ਦਾ ਹੱਥ ਵਿੱਚ ਹੈ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਿਵੇਂ ਉਹ ਬਚਨ ਸੱਚ ਕੀਤਾ ਬਾਬਾ ਬੁੱਢਾ ਸਾਹਿਬ ਦਾ ਵੀ ਪਾਪੀਆਂ ਨੂੰ ਦੰਡ ਦੇਣ ਵਾਲੇ ਹੋਣਗੇ, ਤੇ ਗਰੀਬ ਨਵਾਜ ਨੇ ਫਿਰ ਅਜੇ 1.25 ਮਹੀਨੇ ਦੇ ਹੋਏ ਸਨ, 40 ਦਿਨਾਂ ਦੇ, ਤੇ ਸਾਰਿਆਂ ਤੋਂ ਪਹਿਲਾਂ ਮਹਾਰਾਜ ਨੇ ਫਿਰ ਅਜੇ
ਅੱਖਾਂ ਹੀ ਉਘੇੜਦੇ ਸੀ। ਕੋਈ ਅੰਗ ਪੈਰ ਵੀ ਬੱਚੇ 40 ਦਿਨ ਦੇ ਕਿੰਨੇ ਕੁ ਚੰਚਲ ਹੁੰਦੇ ਆ, ਜ਼ੋਰ ਵਾਲੇ ਹੁੰਦੇ ਆ, ਪਰ ਉਹ ਸੱਤ ਕਰ ਦਿੱਤਾ ਵਚਨ ਵੀ ਅਸੀਂ ਸੰਸਾਰ ਤੇ ਪਾਪ ਦਾ ਨਾਸ਼ ਕਰਨ ਵਾਸਤੇ ਆਏ ਹਾਂ। 40 ਦਿਨ ਦੀ ਉਮਰ ਵਿੱਚ ਹੀ ਹਜ਼ੂਰ ਨੇ ਫਿਰ ਵੱਡੀ ਪਾਪਣ ਮਾਰੀ ਸੀ। ਉਹ ਪ੍ਰਸੰਗ ਅੱਗੇ ਆਵੇਗਾ, ਜਿਵੇਂ ਆਉਂਦਾ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ ਜੀ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਈਏ ਜੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਮ ਦਾਸੀ ਕਰ ਗੋਪ ਬਾਤ ਕੋ। ਉਹ ਕਵੀ ਜੀ ਅੱਗੇ ਦੱਸਦੇ ਆ, ਪ੍ਰਿਥੀ ਚੰਦ ਤੇ ਬੀਬੀ ਕਰਮੋਂ ਦੀ ਦਾਸੀ ਜਿਹੜੀ ਹੈ, ਉਹ ਹਰਗੋਬਿੰਦ ਸਾਹਿਬ ਮਹਾਰਾਜ ਤਥਾ ਮਾਤਾ ਗੰਗਾ ਜੀ ਦੇ ਸਾਹਿਬਜ਼ਾਦੇ ਸਤਿਗੁਰਾਂ ਨੂੰ ਮਾਰਨ ਵਾਸਤੇ ਦਾਸੀ ਨੂੰ ਦੱਸ ਪਾਈ ਇਹਨਾਂ ਨੇ। ਉਹਨਾਂ ਦੀ ਦਾਸੀ ਅੱਗੇ ਕੋਈ ਪਾਪਣ ਲੱਭ ਰਹੀ ਹੈ, ਜੋ ਮਾਇਆ ਲੈ ਕੇ ਕੰਮ ਕਰੇ, ਸ਼ਹਿਰ ਸ਼ਹਿਰ ਵਿੱਚ ਫਿਰ ਰਹੀ ਹੈ। ਇੱਥੇ ਅੰਮ੍ਰਿਤਸਰ ਸਾਹਿਬ ਦੇ ਘਰਾਂ ਘਰਾਂ ਵਿੱਚ ਕਣਸੋਆਂ ਲੈਂਦੀ ਹੈ ਤੇ ਆਪਣਾ ਜਿਹੜਾ ਹੈ ਕੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਵਾਸਤੇ, ਉਹ ਚਾਲ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਕੋਈ ਲੋਭੀ ਮਾਈ ਦੀ ਤਲਾਸ਼ ਵਿੱਚ ਹੈ। ਸਨੈ ਸਨੈ ਬੂਝਤ ਬਹੁ ਨਾਰ। ਤੇ ਬੜਿਆਂ ਮਾਈਆਂ ਨੂੰ ਘਰ ਘਰ ਜਾ ਕੇ ਗੱਲੀ ਬਾਤੀ ਹਾਲ ਚਾਲ ਪੁੱਛਣ ਦੇ ਬਹਾਨੇ ਮਨ ਟੋ ਟੋ ਕੇ ਵੇਖਦੀ ਹੈ। ਇਤ ਸ਼੍ਰੀ ਅਰਜਨ ਅਤ ਉਤਸਾਹਤ। ਤੇ ਇਧਰ ਵਡਾਲੀ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਬੜਾ ਉਤਸ਼ਾਹ ਹੋ ਰਿਹਾ ਹੈ। ਮੰਗਤ ਕੋ ਦੇਨ ਦਰਬ ਅਪਾਰ। ਜੋ ਕੋਈ ਮੰਗਣ ਵਾਸਤੇ ਆਉਂਦਾ ਹਜ਼ੂਰ ਉਹਦੀਆਂ ਝੋਲੀਆਂ ਭਰ ਦਿੰਦੇ ਆ। ਸੁਣ ਸੁਣ ਦੂਰ ਦੂਰ ਤੇ ਆਵਹਿ। ਤੇ ਸੁਣ ਸੁਣ ਕੇ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ, ਮਾਤਾ ਗੰਗਾ ਜੀ ਦੇ ਘਰ ਸਾਹਿਬਜ਼ਾਦੇ ਅਵਤਰੇ ਹੈ। ਤੇ ਜੋ ਵੀ ਉਹਨਾਂ ਦੇ ਘਰੇ ਜਾ ਕੇ ਇੱਛਾ ਕਰੀਏ ਮੰਗੀ ਉਹੀ ਦੇ ਦਿੰਦੇ ਆ। ਤੇ ਇਹ ਸੁਣ ਸੁਣ ਕੇ ਮਹਾਰਾਜ ਦੇ ਘਰ ਦੀ ਸ਼ੋਭਾ ਦੂਰੋਂ ਦੂਰੋਂ ਆ ਰਹੇ ਮੰਗਣ ਵਾਲੇ। ਲੈ ਕਾਰ ਗਮਨ ਹੈ ਸੋ ਜਸ ਉਚਾਰ। ਤੇ ਜੋ ਮੰਗਦੇ ਮਹਾਰਾਜ ਉਹੀ ਦਿੰਦੇ ਆ। ਤੇ ਜਾਂਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਦੀ ਮਾਤਾ ਗੰਗਾ ਜੀ ਦੀ ਸ਼ੋਭਾ ਕਰਦੇ ਜਾਂਦੇ ਹਨ। ਵੱਡੇ ਭਾਗ ਜੋਤ ਸੁਤ ਸ਼ੋਭ ਜਨਮਿਓ। ਕਹਿੰਦੇ ਵੱਡੇ ਭਾਗਾਂ ਦੇ ਸਹਿਤ ਇਹ ਵੱਡੇ ਭਾਗ ਲੈ ਕਰਕੇ ਮਾਤਾ ਗੰਗਾ ਜੀ ਦੇ ਘਰ ਵਿੱਚ ਸਾਹਿਬਜ਼ਾਦੇ ਅਵਤਰੇ ਹਨ। ਜਹ ਕਹਿ ਜਿਸ ਤੇ ਹੋਏ ਜੈਕਾਰ। ਤੇ ਜਿੱਥੇ ਕਿਥੇ ਜਿਨ੍ਹਾਂ ਦੇ ਕਾਰਨ ਇੰਨੀ ਜੈ ਜੈਕਾਰ ਹੋ ਰਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ, ਕਿੰਨੀ ਸ਼ੋਭਾ ਸਭ ਪਾਸੇ ਹੋ ਰਹੀ ਹੈ। ਇਹ ਧੰਨ ਧੰਨ ਹਰਗੋਬਿੰਦ ਸਾਹਿਬ ਬੜੇ ਭਾਗਾਂ ਵਾਲੇ ਪ੍ਰਗਟ ਹੋਏ ਹੈ। ਅਧਿਕ ਪ੍ਰਸੰਨ ਹੋਤ ਸੁਤ ਹੀਰਤ। ਤੇ ਇਧਰ ਧੰਨ ਮਾਤਾ ਗੰਗਾ ਜੀ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਬਾਲ ਨੂੰ ਵੇਖ ਵੇਖ ਬਹੁਤ ਖੁਸ਼ ਹੁੰਦੇ ਹਨ। ਬਲਿਹਾਰੀ ਹੋਏ ਕਰਤ ਦੁਲਾਰ। ਤੇ ਲਾਡ ਲਡਾਉਂਦੇ ਐ, ਵਾਰੇ ਵਾਰੇ ਬਲਿਹਾਰੇ ਸਦਕੇ ਜਾਂਦੇ ਹਨ। ਸੂੰਘਤ ਮਸਤਕ ਪਰਮ ਪ੍ਰੇਮ ਤੇ ਤੇ। ਬੜੇ ਪ੍ਰੇਮ ਦੇ ਵਿੱਚ ਰੰਗੇ ਹੋਏ ਤਦਾਕਰ ਹੋਏ ਹੋਏ ਮਾਤਾ ਜੀ ਆਪਣੇ ਬਾਲਕ ਦਾ ਮੱਥਾ ਚੁੰਮਦੇ ਆ, ਲਾਡ ਲਡਾਉਂਦੇ ਹਨ। ਬ੍ਰਿਧ ਕੋ ਲਖ ਹੈ ਮਹਾ ਉਪਕਾਰ। ਤੇ ਜਾਣਦੇ ਮਾਤਾ ਜੀ ਵੀ ਇਹ ਤਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਕੀਤਾ ਹੈ। ਕੀਨ ਛਠੀ ਕੋ ਉਤਸਵ ਭਾਰੀ। ਤੇ ਜਿਹੜਾ ਕੋਈ ਆ ਛਠੀ ਦਾਨ ਪੁੰਨ ਕਰਨ ਵਾਸਤੇ ਇਕੱਠ ਕਰਨ ਦਾ ਦਿਨ ਆਇਆ, ਉਹ ਜਿਵੇਂ ਕੁਰੀਤੀ ਬਣੀ ਹੋਈ ਹੈ ਸੋਢੀਆਂ ਦੀ ਕੁੱਲ ਦੀ, ਉਸੇ ਤਰ੍ਹਾਂ ਉਹ ਦਿਨ ਜਦੋਂ ਆਇਆ ਤੇ ਭਾਰੀ ਉਤਸ਼ਾਹ ਕੀਤਾ ਗਿਆ। ਪੁੰਨ ਦਾਨ ਵਾਸਤੇ ਹਰਗੋਬਿੰਦ ਸਾਹਿਬ ਦੀ ਛਠੀ ਕੀਤੀ ਹੈ। ਸਾਭੋ ਕੋ ਦੀਨ ਕਰਾਹ ਆਹਾਰ। ਤੇ ਖੁੱਲੀ ਕੜਾਹ ਪ੍ਰਸ਼ਾਦੀ ਦੇਗ ਬਣੀ ਤੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਖੁੱਲੀ ਦੇਗ ਸੰਗਤਾਂ ਵਿੱਚ ਵਰਤਾਈ ਹੈ। ਬਾਜੇ ਦਰ ਪਰ ਬਾਜਤ ਹੈ ਬਾਹ। ਤੇ ਦਰ ਦੇ ਉੱਪਰ ਵਾਜੇ ਵੱਜਦੇ ਆ, ਸ਼ਹਿਨਾਈਆਂ ਗੂੰਜਦੀਆਂ ਹਨ। ਸਿੱਖ ਸੰਗਤ ਸੁਖ ਕਰਹਿ ਉਦਾਰ। ਤੇ ਸਾਰੀ ਸੰਗਤ ਖੁੱਲਾ ਡੁੱਲਾ ਸੁੱਖ ਕਰਦੀ ਆ, ਚੈਨ ਆ ਰਿਹਾ, ਖੁਸ਼ੀਆਂ ਮਨਾਉਂਦੇ ਸਿੱਖ ਸਭ।
10 ਦਿਨ ਬੀਤੇ ਪੁਨ ਉਤਸਵ ਭਾ। ਤੇ 10 ਦਿਨ ਕਹਿੰਦੇ ਲੰਘ ਗਏ। ਇਸੇ ਤਰ੍ਹਾਂ ਹੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਹੋਇਆਂ 10 ਦਿਨ ਪੂਰੇ ਹੋਣ ਤੇ ਵੀ ਉਤਸ਼ਾਹ ਨਹੀਂ ਘਟਿਆ। ਉਸੇ ਤਰ੍ਹਾਂ ਹੀ ਭੀੜ ਇਕੱਠ ਰਹਿੰਦਾ ਹੈ। ਦੂਰੋਂ ਦੂਰੋਂ ਸੰਗਤਾਂ ਨਵੀਆਂ ਆਉਂਦੀਆਂ, ਪੁਰਾਣੀਆਂ ਮੁੜੀ ਜਾਂਦੀਆਂ। ਤੇ ਵਡਾਲੀ ਮਹਾਰਾਜ ਦੇ ਘਰ ਵਿੱਚ ਤਿਲ ਸੁੱਟਣ ਨੂੰ ਜਗ੍ਹਾ ਨਹੀਂ। ਸਭ ਪਾਸੇ ਖੁਸ਼ੀਆਂ ਖੇੜੇ 10 ਦਿਨ ਬਾਅਦ ਵੀ ਬਣੇ ਹੋਏ ਆ। ਮੰਗਲ ਕਰਹਿ ਅਨੇਕ ਪ੍ਰਕਾਰ। ਤੇ ਅਨੇਕਾਂ ਪ੍ਰਕਾਰ ਦੇ ਮੰਗਲ ਸਿੱਖ ਸੰਗਤਾਂ, ਮਾਤਾ ਗੰਗਾ ਜੀ ਸਭ ਪ੍ਰੇਮੀ ਕਰ ਰਹੇ ਹਨ। ਕੁਲ ਕੀ ਸਗਲ ਰੀਤ ਸ਼ੁਭ ਕੀਨਸ। ਤੇ ਸੋਢ ਕੁਲ ਦੀਆਂ ਜਿਹੜੀਆਂ ਸ਼੍ਰੇਸ਼ਟ ਰੀਤੀਆਂ ਇਹਨਾਂ ਦੇ ਬਜ਼ੁਰਗਾਂ ਦੀਆਂ ਬੰਨੀਆਂ, ਉਹ ਸਾਰੀਆਂ ਕੀਤੀਆਂ ਜਾ ਰਹੀਆਂ ਹਨ। ਦਾਨ ਪੁੰਨ ਕੀਤਾ ਜਾ ਰਿਹਾ ਹੈ। ਜਥਾ ਬ੍ਰਿਧਨ ਕੇ ਅੰਗੀਕਾਰ। ਜਿਵੇਂ ਇਹ ਸੋਢੀਆਂ ਦੀ ਕੁਲ ਦੇ ਬਿਰਧਨ ਕਹੀਏ, ਬਜ਼ੁਰਗਾਂ ਨੇ ਕੋਈ ਰੀਤ ਮਰਿਆਦਾ ਅੰਗੀਕਾਰ ਕੀਤੀ ਹੋਈ, ਬੰਨੀਆਂ ਹੋਈਆਂ, ਦਾਨ ਪੁੰਨ ਕਰਦੇ ਸੀ। ਜੇ ਉਸੇ ਤਰ੍ਹਾਂ ਹੀ ਧੰਨ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬਜ਼ਾਦੇ ਦੇ ਅਵਤਾਰ ਦੀ ਖੁਸ਼ੀ ਵਿੱਚ ਕਰ ਰਹੇ ਹਨ। ਲਾਘੋ ਦੁੰਦਬ ਕੀ ਹੋਤ ਮਧੁਰ ਧੁਨ। ਤੇ ਛੋਟੇ ਨਗਾਰੇ ਵੱਜਦੇ, ਮਿੱਠੀ ਧੁਨ। 10 ਦਿਨ ਤੋਂ ਲਗਾਤਾਰ ਛੋਟੇ ਨਗਾਰੇ ਵੱਜ ਰਹੇ ਹੈ, ਮਿੱਠੀ ਮਿੱਠੀ ਧੁਨ ਪੈ ਰਹੀ ਹੈ। ਸੁਨ ਸ਼੍ਰੋਨਨ ਤੇ ਆਨੰਦ ਉਦਾਰ। ਤੇ ਜਿਨ੍ਹਾਂ ਦੀ ਆਵਾਜ਼ ਮਿੱਠੀ ਸੁਣ ਕੇ ਕੰਨਾਂ ਦੇ ਰਾਹੀਂ ਹਿਰਦੇ ਵਿੱਚ ਬੜਾ ਭਾਰੀ ਆਨੰਦ ਪੈਦਾ ਹੁੰਦਾ, ਆਨੰਦ ਉਤਸ਼ਾਹ ਵੱਧਦਾ ਹੈ। ਬੱਜੈ ਨਫੀਰਨ ਗਾਏ ਸ਼ਬਦ ਵਿੱਚ। ਤੇ ਨਫੀਰੀਆਂ ਵੱਜਦੀਆਂ, ਸ਼ਬਦ ਗਾਏ ਜਾ ਰਹੇ ਹਨ। ਤੋ ਨਫੀਰੀਆਂ ਵੱਜਦੀਆਂ ਨਾਲ ਕੋਈ ਜਿਹੜੇ ਵੈ ਕਿਸੇ ਵੇਲੇ ਮਾਈਆਂ ਜੋ ਗਾਉਣ ਵਾਲੀਆਂ ਕੁਝ ਜਿਹੜੀਆਂ ਉਹ ਸਿੱਠਣੀ ਆਦਿਕ ਖੁਸ਼ੀ ਦੇ ਗੀਤ ਗਾਉਂਦੀਆਂ। ਤੇ ਜਦੋਂ ਅੰਮ੍ਰਿਤ ਵੇਲਾ ਸੁਬਾਹ ਸ਼ਾਮ ਸੰਧਿਆ ਵੇਲੇ ਕੀਰਤਨ ਹੋ ਰਿਹਾ ਹੈ। ਖਰੇ ਲੋਕ ਉਚਰੈ ਜੈਕਾਰ। ਤੇ ਬੜੇ ਜਿਹੜੇ ਵੈ ਦਾਨ ਲੈਣ ਵਾਲੇ ਹੈ, ਜਾਚਕ ਜਨ ਸਤਿਗੁਰਾਂ ਦੇ ਦਰਵਾਜ਼ੇ ਤੇ ਖੜੇ ਹੋਏ ਹਨ। ਤੇ ਮਹਾਰਾਜ ਦੇ ਦਰ ਘਰ ਦੀ ਜੈ ਜੈਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਵੱਡਾ ਦਰਬਾਰ ਹੈ, ਵੱਡਾ ਘਰ ਹੈ, ਵੱਡਾ ਦਰ ਹੈ ਮਹਾਰਾਜ। ਸਭ ਸੰਸਾਰ ਦੇ ਦਾਤੇ ਹੋ, ਗਰੀਬ ਨਵਾਜ, ਸਾਨੂੰ ਵੀ ਕੁਝ ਬਖਸ਼ੋ। ਇਸ ਤਰ੍ਹਾਂ ਜਿਹੜੇ ਵਾ ਜਾਚਕ ਮੰਗਣ ਵਾਲੇ ਹਜ਼ੂਰ ਦੇ ਦਰ ਘਰ ਦੀ ਸੋਭਾ ਗਾਉਂਦੇ, ਦਰ ਵਿੱਚ ਖੜ ਕਰਕੇ। ਆਦ ਬਿਲਾਵਲ ਸੁੰਦਰ ਰਾਗਨ। ਤੇ ਸਿੱਖ ਤੇ ਰਾਗੀ ਸਿੱਖ ਜਿਹੜੇ ਆ ਬਿਲਾਵਲ ਤੋਂ ਆਦ ਹੋਰ ਬਹੁਤ ਸੁੰਦਰ ਰਾਗਾਂ ਦੇ ਵਿੱਚ ਗਾਏ ਰਬਾਬੀ ਪ੍ਰੇਮ ਲਗਾਏ। ਰਬਾਬ ਛੇੜ ਕੇ ਰਬਾਬੀ ਪ੍ਰੇਮ ਦੇ ਸਹਿਤ ਗੁਰਬਾਣੀ ਬਿਲਾਵਲ ਰਾਗ ਤੋਂ ਆਦਿਕ ਹੋਰ ਬਹੁਤ ਰਾਗਾਂ ਵਿੱਚ ਗਾਈ ਜਾਂਦੀ ਹੈ। ਸੁਣ ਸੁਣ ਸਿੱਖ ਸੇਵਕ ਕੇ ਹਿਰਦੇ। ਤੇ ਸੁਣ ਸੁਣ ਕੇ ਰਾਗੀਆਂ ਪਾਸੋਂ ਗੁਰਬਾਣੀ ਸਿੱਖਾਂ ਸੇਵਕਾਂ ਦੇ ਹਿਰਦੇ ਅੰਦਰ ਦਰਵ ਹੈ ਰੀਜ ਹੀ ਮੋਦ ਬਢਾਏ। ਸਿੱਖਾਂ ਦੇ ਹਿਰਦੇ ਦਰਵਦੇ ਐ, ਆਨੰਦ ਵਿੱਚ ਆਉਂਦੇ ਐ, ਸਮਾਧੀਆਂ ਲੱਗਦੀਆਂ, ਬਹੁਤ ਆਨੰਦ ਪ੍ਰਾਪਤ ਹੁੰਦਾ ਕੀਰਤਨ ਸੁਣ ਸੁਣ ਕੇ। ਬਖਸ਼ੈ ਹੈ ਬਸਤਰ ਬਿਪੂਖਣ ਬਹੁਬੇਦ। ਤੇ ਗਰੀਬ ਨਵਾਜ ਬੜੇ ਤਰ੍ਹਾਂ ਤਰ੍ਹਾਂ ਦੇ ਵੰਨ ਸਵੰਨੇ ਬਸਤਰ ਗਹਿਣੇ ਜਿਹੜੇ ਵਾ ਉਹ ਬਖਸ਼ਿਸ਼ਾਂ ਵਜੋਂ ਦੇ ਰਹੇ ਹੈ। ਬਿਰਮਤ ਬੈਠਾ ਹੈ ਉਠ ਨਾ ਸਕਾਏ। ਤੇ ਜਿਹੜੇ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵੇਖਣ ਵਾਸਤੇ ਮਾਈ ਭਾਈ ਆਉਂਦੇ, ਉਹ ਵੇਖਦੇ ਹੀ ਰਹਿ ਜਾਂਦੇ ਆ। ਜੀ ਕਰਦਾ ਤੱਕੀ ਜਾਈਏ ਚੰਦ ਸਰੀਖਾ ਚਿਹਰਾ, ਕਮਲ ਵਰਗੇ ਲਾਲ ਸੂਹੇ ਚਰਨ, ਤੋ ਨੌ ਜਿਹੜੇ ਐਨ ਇੱਕਸਾਰ ਲਾਲ ਸੂਹੇ, ਜਿਸ ਤਰ੍ਹਾਂ ਸੋਨੇ ਦੇ ਉੱਪਰ ਨਗ ਜੜੇ ਹੋਣ ਹੀਰੇ ਦੇ। ਜਿਹੜਾ ਵੀ ਇਸ ਬਾਲ ਨੂੰ ਵੇਖਦਾ, ਉਹ ਵੇਖਦਾ ਹੀ ਰਹਿੰਦਾ, ਬਿਰਮਾ ਜਾਂਦਾ ਤੇ ਘਰ ਭੁੱਲ ਜਾਂਦੇ ਹਨ। ਧੰਨ ਧੰਨ ਗੁਰ ਧੰਨ ਜਨਮ ਸੇਸ। ਤੇ ਆਖਦੇ ਧੰਨ ਹਨ ਗੁਰੂ ਅਰਜਨ ਦੇਵ ਮਹਾਰਾਜ, ਤੇ ਧੰਨ ਹਨ ਉਹ ਬਾਲਕ ਜਿਨ੍ਹਾਂ ਇਹਨਾਂ ਦੇ ਘਰ ਅਵਤਾਰ ਧਾਰਿਆ ਹੈ। ਜਿਸ ਤੇ 10 ਦੇਸ਼ ਜਸ ਪਸਰਾਏ। ਜਿਸ ਬਾਲਕ ਦੇ ਅਵਤਾਰ ਤੋਂ 10 ਦਿਸ਼ਾਵਾਂ ਦੇ ਵਿੱਚ ਚਾਨਣ ਹੋ ਰਿਹਾ, ਸੋਭਾ ਹੋ ਰਹੀ ਹੈ, ਗੁਰੂ ਘਰ ਦੀ ਸੋਭਾ ਰੂਪੀ ਚਾਨਣ ਫੈਲ ਰਿਹਾ ਹੈ। ਬਧਤ ਸਰੀਰ ਦੂਜ ਤੇ ਜਸ ਸਾਸ। ਕਵੀ ਜੀ ਕਹਿੰਦੇ ਆ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਦਾ ਜਿਹੜਾ ਸਰੀਰ ਹੈ ਨਾ, ਉਹ ਦਿਨ ਬ ਦਿਨ ਬੜੀ ਛੇਤੀ ਵੱਧ ਰਿਹਾ, ਜਿਵੇਂ ਦੂਜ ਦਾ ਚੰਦ ਵੱਧਦਾ ਹੈ। ਤਿਮ ਤਿਮ ਸੁੰਦਰਤਾ ਅਧਿਕਾਏ। ਤੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ, ਸਰੀਰ ਵੱਧਦਾ ਜਾਂਦਾ ਦਿਨ ਬਰ ਦਿਨ, ਉਵੇਂ ਉਵੇਂ ਹੀ ਜਿਹੜੀ ਵਾ ਸੁੰਦਰਤਾ ਹੋਰ ਖਿੜਦੀ ਜਾਂਦੀ, ਚਿਹਰਾ
ਤੇਰੇ ਤੇ ਨਿਖਾਰ ਆ ਰਿਹਾ ਹੈ। ਏਕ ਮਾਸ ਬੀਤਿਓ ਜਬ ਐਸੇ। ਇਸ ਤਰ੍ਹਾਂ ਜਦੋਂ 1 ਮਹੀਨਾ ਪੂਰਾ ਬੀਤ ਗਿਆ ਅਵਤਾਰ ਹੋਇਆਂ ਨੂੰ, ਕਰਤ ਦੁਲਾਰ ਮਾਤ ਬਲ ਜਾਏ। ਮਾਤਾ ਗੰਗਾ ਜੀ ਲਾਡ ਕਰਦੇ ਹੋਏ ਪੁੱਤਰ ਤੋਂ ਸਦਕੇ ਜਾਂਦੇ ਐ। ਰਾਤ ਦਿਵਸ ਸੁਤ ਕੋ ਮੁਖ ਦੇਖੈ ਤੇ ਹੈ। ਮਾਤਾ ਜੀ ਦਿਨ ਰਾਤ ਹੀ ਆਪਣੇ ਲਾਲ ਹਰਗੋਬਿੰਦ ਸਾਹਿਬ ਦਾ ਮੁਖ ਤੱਕਦੇ ਰਹਿੰਦੇ ਆ, ਦੇਖਦੇ ਰਹਿੰਦੇ। ਚਿਰ ਤੋਂ ਰੀਝ ਪੁੱਗੀ ਹੈ। ਲੋਚਨ ਕਿਆ ਹੂੰ ਤ੍ਰਿਪਤਾਏ। ਤੇ ਦੇਖ ਦੇਖ ਕੇ ਬਾਲਕ ਦਾ ਮੁਖ ਮਾਤਾ ਗੰਗਾ ਜੀ ਦੇ ਨੇਤਰ ਰਜਦੇ ਨਹੀਂ, ਕਿਸੇ ਤਰ੍ਹਾਂ ਵੀ ਰਜ ਨਹੀਂ ਆਉਂਦਾ ਹੈ। ਗਰਭਾਸ ਨਿੰਦਰਾ ਅਧਿਕ ਬਦ ਹੈ ਜਬ। ਤੇ ਮਾਤਾ ਨੂੰ ਤਾਂ ਨੀਂਦ ਵੀ ਭੁੱਲੀ ਹੋਈ ਹੈ। ਜਦੋਂ ਬਹੁਤ ਨੀਂਦ, ਫਿਰ 2-2 3-3 ਦਿਨ ਸੁੱਤਿਆਂ ਲੰਘ ਜਾਂਦੇ ਮਾਤਾ ਗੰਗਾ ਜੀ ਨੂੰ, ਬਾਲਕ ਨੂੰ ਲਾਡ ਲਡਾਉਂਦਿਆਂ ਖੇਡਦਿਆਂ ਹੋਇਆਂ ਉਸ ਬਾਲਕ ਦੇ ਨਾਲ। ਤੇ ਜਦੋਂ ਲੰਘ ਜਾਂਦਾ ਸਮਾਂ, ਫਿਰ ਧੱਕੇ ਨਾਲ ਜਦੋਂ ਮੱਲੋ ਮੱਲੀ ਨੀਂਦ ਆਣ ਘੇਰਾ ਪਾਉਂਦੀ, ਫੇਰ ਮਾਤਾ ਜੀ ਬਰਾਜ ਜਾਂਦੇ ਥੋੜਾ। ਸੁਪਤੈ ਹੈ ਛਿਪਰ ਜਾਗ ਕੋ ਪਾਏ। ਤੇ ਪਰ ਸੌਂਦਿਆਂ ਸਾਰ ਥੋੜਾ ਅੱਖ ਅੱਖ ਲੱਗਦੀ ਹੈ ਤੇ ਫੇਰ ਅੱਖ ਖੁੱਲ ਜਾਂਦੀ ਹੈ। ਜਨ ਪੰਨੰਗ ਮਾਨ ਮਾਨ ਸੋ ਲਾਗਿਓ। ਕਵੀ ਜੀ ਕਹਿੰਦੇ ਮਾਤਾ ਜੀ ਦੀ ਹਾਲਤ ਐ ਹੈ ਵੀ ਜਿਵੇਂ ਸੱਪ ਦੀ ਬਿਰਤੀ ਮਣੀ ਵਿੱਚ ਲੱਗ ਜਾਵੇ। ਸੱਪ ਦੀ ਸੁਰਤ ਬਿਰਤ ਮਣੀ ਵਿੱਚ ਹੀ ਲੱਗੀ ਹੋਵੇ। ਮਣੀ ਪਿਆਰੀ ਹੁੰਦੀ ਸੱਪ ਨੂੰ, ਜਿਵੇਂ ਸੱਪ ਦੀ ਸੁਰਤਾ ਬਿਰਤਾ ਸੱਪ ਦਾ ਮਣੀ ਵਿੱਚ ਲੱਗਾ ਹੁੰਦਾ। ਧੰਨ ਮਾਤਾ ਗੰਗਾ ਜੀ, ਉਹਨਾਂ ਦੀ ਬਿਰਤੀ ਆਪਣੇ ਪੁੱਤਰ ਬਾਲ ਹਰਗੋਬਿੰਦ ਸਾਹਿਬ ਵਿੱਚ ਲੱਗੀ ਰਹਿੰਦੀ ਹੈ। ਖਾਣਾ ਭੁੱਲ ਗਿਆ ਹੈ, ਸੌਣਾ ਭੁੱਲ ਗਿਆ ਹੈ, ਬਹੁਤ ਜ਼ੋਰ ਆਉਂਦਾ, ਨੀਂਦ ਪੈਂਦੀ ਹੈ ਤੇ ਫੇਰ ਕਿਤੇ ਕੋਈ 10 ਮਿੰਟ ਬਰਾਜ ਲੈਂਦੇ ਆ, ਝਾਟੀ ਅੱਖ ਖੁੱਲ ਜਾਂਦੀ ਹੈ, ਫੇਰ ਬਾਲਕ ਦਾ ਮੁਖ ਚੁੰਮਦੇ ਆ, ਵੇਖਦੇ ਆ, ਸਦਕੇ ਬਲਿਹਾਰੇ ਜਾਂਦੇ, ਲਾਡ ਲਡਾਉਂਦੇ ਹੈ। ਤੋ ਇਸ ਤਰ੍ਹਾਂ ਦੀ ਹਾਲਤ ਮਾਤਾ ਜੀ ਦੀ ਹੋ ਰਹੀ ਹੈ। ਅਹਨੇ ਸੁਰਾਖਣ ਮਹਿ ਹਿਤਕਾਰ। ਤੇ ਦਿਨ ਰਾਤ ਹੀ ਇਸ ਤਰ੍ਹਾਂ ਪ੍ਰੇਮ ਰੱਖਦੇ ਆ ਮਾਤਾ ਜੀ। ਨਿੰਦਰਾ ਤੇ ਜਾਬ ਉਗਰਹਿ ਲੋਚਨ। ਤੇ ਸੌ ਜਾਂਦੇ ਕਦੇ ਥੋੜਾ ਬਹੁਤਾ, ਤੇ ਜਦੋਂ ਨੇਤਰ ਖੁੱਲ ਜਾਂਦੇ ਆ ਨੀਂਦ ਤੋਂ, ਤਨਜ ਬਦਨ ਪਾਰ ਦ੍ਰਿਸ਼ਟ ਪਸਾਰ। ਤੇ ਉਸੇ ਵੇਲੇ ਹੀ ਮਾਤਾ ਜੀ ਅੱਖਾਂ ਖੁੱਲਦਿਆਂ ਸਾਰ ਕਿਤੇ ਹੋਰ ਪਾਸੇ ਵੇਖਦੇ ਨਹੀਂ। ਕਵੀ ਜੀ ਕਹਿੰਦੇ ਅੱਖ ਖੁੱਲਦੀ ਹੈ ਤੇ ਉਦੋਂ ਹੀ ਝਾਟੀ ਫਿਰ ਬਾਲਕ ਵੱਲ ਫਿਰ ਵੇਖਣ ਲੱਗ ਜਾਂਦੇ ਹੈ। ਤੋ ਮਾਤਾ ਜੀ ਸੌਂਦੇ ਵੀ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਵੱਲ ਵੇਖਦੇ ਹੀ ਸੌਂ ਜਾਂਦੇ ਆ, ਤੇ ਉੱਠਦਿਆਂ ਸਾਰ ਹੀ ਫੇਰ ਉਧਰ ਵੇਖਣ ਲੱਗ ਜਾਂਦੇ ਹਨ। ਕਾਲਤ ਲਾਲਤ ਕਾਲਤ ਕਾਲੇ। ਤੋ ਇਸ ਤਰ੍ਹਾਂ ਮਾਤਾ ਜੀ ਆਪਣੇ ਬਾਲਕ ਨੂੰ ਪਾਲਦੇ ਪੋਸਦੇ ਪ੍ਰੇਮ ਦੇ ਨਾਲ, ਲਾਲਤ ਕਹੀਏ ਲਾਡ ਲਡਾਉਂਦੇ ਐ, ਤੇ ਘਾਲਣਾ ਘਾਲਦੇ ਐ। ਬੱਚੇ ਦੀ ਬੜੀ ਸੋਹਣੀ ਪਰਵਰਿਸ਼ ਕਰਦੇ ਆ, ਘਾਲ ਘਾਲ ਕੇ ਸੇਵਾ ਘਾਲਦੇ ਹਨ। ਡਾਲਤ ਨੈਣ ਸ਼ਿਆਮ ਤਾਚਾਰ। ਤੋ ਇਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਵਿੱਚ, ਸੁੰਦਰ ਮੋਟਿਆਂ ਨੇਤਰਾਂ ਵਿੱਚ ਪ੍ਰੇਮ ਦੇ ਨਾਲ ਮਾਤਾ ਜੀ ਸੁਰਮਾ, ਕਦੇ ਕਾਲਖ ਜਿਹੜੀ ਹੁੰਦੀ ਸੁਰਮਾ ਕਹੋ, ਕਾਲਸ ਕਹੋ, ਕੱਜਲ ਸੁਰਮਾ, ਇਹ ਨੇਤਰਾਂ ਵਿੱਚ ਪਾਉਂਦੇ ਹਨ। ਚਗਲੀ ਚੀਨ ਮਹੀਨ ਸੂਤ ਕੀ। ਤੇ ਸੋਹਣੇ ਬਰੀਕ ਸੂਤ ਦੀ, ਕਿਉਂਕਿ ਹਾੜ ਇੱਕ ਸਾਧ ਸੰਗਤ ਜੀ ਕੀ ਹਾੜ ਦਾ ਅਵਤਾਰ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਹੈ। ਤੇ ਹਾੜ ਵਦੀ ਪਹਿਲੀ ਪੁੰਨਿਆਂ ਤੋਂ ਅਗਲੇ ਦਿਨ ਸੱਚੇ ਪਾਤਸ਼ਾਹ ਜੀ ਅਵਤਾਰ ਧਾਰਿਆ ਸੀ। 21 ਹਾੜ ਸੀ, 1652 ਬਿਕਰਮੀ ਸੰਮਤ। ਤੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇਤਰਾਂ 'ਚ ਮਹੀਨੇ ਕੁ ਹੋਏ ਦੇ ਤੇ ਬਾਅਦ ਮਾਤਾ ਜੀ ਪ੍ਰੇਮ ਨਾਲ ਕਦੇ ਸੁਰਮਾ ਪਾਉਂਦੇ ਐ। ਆਪ ਸੋਹਣੀਆਂ ਬਰੀਕ ਜਿਹੜਾ ਵਾ ਸੂਤ ਹੈ, ਬਰੀਕ ਸੂਤ ਦੀਆਂ ਝੱਗੀਆਂ ਛੋਟੀਆਂ ਛੋਟੀਆਂ ਮਾਤਾ ਜੀ ਰੰਗ ਬਰੰਗੀਆਂ ਸੋਹਣੇ ਸੋਹਣੇ ਰੰਗਾਂ ਦੀਆਂ ਪਹਿਨਾਉਂਦੇ ਹਨ। ਬਰਨ ਬਰਨ ਕੀ ਪਾਏ ਸੁਧਾਰ। ਤੇ ਫਿਰ ਸੋਹਣੀਆਂ ਸੁਧਾਰ ਸੁਧਾਰ ਕੇ ਬੇਸ਼ਕੀਮਤੀ ਨਾਨਾ ਤਰ੍ਹਾਂ ਦੇ ਕੱਪੜੇ ਦੀਆਂ, ਬਰੀਕ ਕੱਪੜੇ ਦੀਆਂ ਗਰਮੀ ਤੋਂ ਬਚਣ ਵਾਸਤੇ ਝੱਗੀਆਂ ਪਾਈਆਂ ਜਾ ਰਹੀਆਂ ਮਾਤਾ ਵੱਲੋਂ। ਕੰਚਨ ਕੇ ਕੰਕਨ ਕਰਵਾਏ। ਤੇ ਮਾਤਾ ਜੀਆਂ ਕਹਿ ਕੇ ਤੇ ਸੋਹਣੇ ਸੋਨੇ ਦੇ ਜਿਹੜੇ ਕੰਗਣ ਜਾਂ ਕੜੇ ਹੁੰਦੇ ਆ, ਇਹ ਆਪਣੇ ਪੁੱਤਰ ਵਾਸਤੇ ਕਢਵਾਏ ਹਨ। ਜੁਗ ਜੁਗ ਹੀਰੇ ਜਰੇ ਜਰਾਏ। ਤੇ ਦੋਵਾਂ ਕੰਗਣਾਂ ਦੇ ਵਿੱਚ ਜਾਂ ਕੜਿਆਂ ਵਿੱਚ ਦੋ ਪਾਸੇ ਦੋ ਦੋ ਹੀਰੇ ਜੜਵਾਏ ਹੋਏ ਹਨ। ਛੁਦਰ ਕੰਟ ਕਾ ਬਾਜਨ ਵਾਰੀ। ਤੇ ਲੱਕ ਦੇ ਦੁਆਲੇ ਛਣਕਣ ਵਾਸਤੇ ਬਰੀਕ ਜਿਹੜਾ ਵਾ ਧਾਗੇ ਵਿੱਚ ਤੜਾਗੀ ਗੁੰਦ ਕੇ ਦਿੱਤੀ ਹੈ।
ਕਾਰੀਗਰ ਨੇ ਕਰੀ ਸੁਚਾਏ। ਤੇ ਮਾਤਾ ਜੀ ਨੇ ਕਹਿ ਕੇ ਕਾਰੀਗਰ ਸੁਨਿਆਰੇ ਤੋਂ ਕਢਵਾਈ ਹੈ। ਬਹੁਤ ਸੋਹਣੇ ਗਹਿਣੇ ਹਰਗੋਬਿੰਦ ਸਾਹਿਬ ਵਾਸਤੇ ਮਾਤਾ ਜੀ ਕਢਵਾਏ ਹਨ। ਪਾਵਨ ਪਦ ਪੰਕਜ ਮਹਿ ਨੂਪਰ। ਤੇ ਬਾਲਕ ਦੇ ਜਿਹੜੇ ਪਵਿੱਤਰ ਚਰਨ ਹੈ ਹਰਗੋਬਿੰਦ ਸਾਹਿਬ ਮਹਾਰਾਜ ਦੇ, ਉਹਨਾਂ ਪਵਿੱਤਰ ਚਰਨਾਂ ਦੇ ਵਿੱਚ ਮਾਤਾ ਜੀਆਂ ਸਗਲੇ ਉਹਨਾਂ ਤੇ ਘੁੰਗਰੂ ਜੜ ਜੜ ਕੇ ਸੋਹਣੇ ਸੋਨੇ ਦੇ ਸਗਲੇ ਤੇ ਸੋਹਣੇ ਉਹਨਾਂ ਦੇ ਉੱਪਰ ਘੁੰਗਰੂ ਜੜਾ ਜੜਾ ਕੇ ਪਹਿਨਾਏ ਹੈ। ਰੁਣ ਕਤ ਰੁਚਿਰ ਜੇ ਉਰਧ ਉਚਾਏ। ਤੇ ਜਦੋਂ ਉਹ ਹੱਥ ਪੈਰ ਬਰਾਜੇ ਹੋਏ, ਹੁਣ 40 ਦਿਨ ਦਾ ਬੱਚਾ ਜਦੋਂ ਮਾੜੇ ਮੋਟੇ ਹੱਥ ਪੈਰ ਮਾਰਦੇ ਆ ਨਾ ਹਰਗੋਬਿੰਦ ਸਾਹਿਬ ਮਹਾਰਾਜ, ਸਰੀਰ ਬਹੁਤ ਭਾਰੀ ਸੀ ਹਜ਼ੂਰ ਦਾ, ਤੇ ਜਦੋਂ ਹੱਥ ਪੈਰ ਮਾਰਦੇ ਸੀ ਤੇ ਜਿਹੜੇ ਹੈ ਉਹ ਹੱਥਾਂ ਪੈਰਾਂ ਦੇ ਜਿਹੜੇ ਪਾਏ ਹੋਏ ਗਹਿਣੇ ਆ ਉਹਨਾਂ ਦੀ ਛਣਕਾਰ ਦਰਵਾਜ਼ੇ ਤੀਕਰ ਸੁਣਦੀ ਹੈ। ਛਾਪ ਛਲਾਇਨ ਗਾਰ ਕੇ ਉਹ ਭੂਖਨ। ਸ਼ਿੰਗਾਰ ਰਸ ਵਜੋਂ ਇਹ ਕਵੀ ਜੀ ਕਹਿ ਰਹੇ ਆ, ਸ਼ਿੰਗਾਰ ਰਸ ਕਰਦੇ ਵੀ ਹੋਰ ਵੀ ਬੜੇ ਤਰ੍ਹਾਂ ਦੇ ਮਾਤਾ ਜੀ ਨੇ ਸਾਰੀਆਂ ਰੀਝਾਂ ਪਗਾ ਰਹੇ ਮਾਤਾ ਜੀ। ਹੋਰ ਵੀ ਜਿੰਨੇ ਆ ਕੜੇ ਛਾਪਾਂ ਛੱਲੇ ਜੋ ਵੀ ਯੋਗ ਪੈਂਦਾ ਬਲ ਪੈਂਦਾ ਮਾਤਾ ਜੀ ਨੇ ਸਭ ਗਹਿਣੇ ਪਹਿਨਾਏ ਹਨ। ਸ਼ੋਭਤ ਸਭ ਹੀ ਸ਼ੁਭ ਪਹਿਰਾਏ। ਤੇ ਹਜ਼ੂਰ ਦਾ ਰੰਗ ਬਹੁਤ ਸੁੰਦਰ ਹੈ। ਗੋਰੇ ਰੰਗ ਦੇ ਉੱਪਰ ਜਾਂ ਸੰਦੂਰੀ ਸੁਨਹਿਰੀ ਰੰਗ ਉੱਪਰ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੜੇ ਸੋਹਣੇ ਲੱਗ ਰਹੇ ਗਹਿਣੇ ਸਭ। ਸ਼ਿਆਮ ਬਿੰਦ ਸੁੰਦਰ ਵਿੱਚ ਪਾਉ ਹਨ। ਤੇ ਨਜ਼ਰ ਲੱਗਣ ਤੋਂ ਮਾਤਾ ਜਿਵੇਂ ਮਾਈਆਂ ਦੀ ਬਿਰਤੀ ਹੁੰਦੀ ਹੈ, ਮਾਤਾ ਗੰਗਾ ਜੀ ਨੂੰ ਮਿਲਿਆ ਬਹੁਤ ਸਮੇਂ ਬਾਅਦ ਪੁੱਤਰ ਹੈ ਤੇ ਡਰਦੇ ਵੀ ਹੈ। ਤੋ ਕਾਲੀ ਜਿਹੜੀ ਬਿੰਦੀ ਹੈ ਉਹ ਕਾਲੇ ਸੂਹੇ ਜਿਹੜੇ ਵੈ ਵਾਲਾਂ ਦੇ ਵਿੱਚ ਭਾਵ ਸਹੇਲੀਆਂ ਦੇ ਵਿਚਕਾਰ ਕਰਕੇ। ਸ਼ਾਮ ਕੇਸ ਐਸੇ ਸ਼ਬ ਪਾਏ। ਤੇ ਉਹਨਾਂ ਦੇ ਵਿੱਚ ਕਾਲਾ ਟਿੱਕਾ ਲਾ ਦਿੰਦੇ ਮਾਤਾ ਜੀ ਸੁਰਮੇ ਦਾ। ਤੇ ਇਸ ਤਰ੍ਹਾਂ ਛਬ ਛਾਉਂਦੀ ਹੈ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਦੇ ਦੋਹਾਂ ਸਹੇਲੀਆਂ ਦੇ ਵਿੱਚ ਜਿਹੜਾ ਵਾ ਉਹ ਕਾਲਾ ਟਿੱਕਾ ਲੱਗਿਆ ਦਿਸਦਾ ਹੈ। ਆਲਕ ਬਾਲਕ ਅਲਗਨ ਤਜਕਾਰ। ਜਿਵੇਂ ਕੋਈ ਭੌਰਿਆਂ ਦਾ, ਕਾਲੇ ਭੌਰਿਆਂ ਦਾ ਬੱਚਾ ਆਪਣੇ ਡਾਰ ਨੂੰ ਛੱਡ ਕੇ ਹੋਰ ਦੂਜਿਆਂ ਭੌਰਿਆਂ ਨੂੰ ਛੱਡ ਕਰਕੇ। ਤਸਿਓ ਪੰਕ ਅੰਮ੍ਰਿਤ ਕੇ ਆਏ। ਵੀ ਜਿਵੇਂ ਅੰਮ੍ਰਿਤ ਦੇ ਚਿੱਕੜ ਵਿੱਚ ਆ ਕੇ ਖੁੱਭ ਜਾਵੇ, ਭੌਰੇ ਦਾ ਬੱਚਾ ਕਾਲਾ ਜਿਵੇਂ ਐਨ ਅੰਮ੍ਰਿਤ ਦੇ ਸੰਧੂਰੀ ਰੰਗ ਦੇ ਚਿੱਕੜ ਵਿੱਚ ਆ ਕੇ ਖੁੱਭ ਜਾਂਦਾ ਹੈ। ਭਾਵ ਵੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਹੜੇ ਕੇਸ ਹੈ ਨਾ ਘੁੰਗਰਾਲੇ ਮੱਥੇ ਤੇ ਕਾਲੇ ਸ਼ਾਹ ਸੀਸ ਵਾਲੇ, ਉਹ ਕਵੀ ਜੀ ਕਹਿੰਦੇ ਮਾਨੋ ਭੌਰੇ ਹੋਣ। ਤੇ ਦੋ ਸਹੇਲੀਆਂ ਐ ਆ ਵੀ ਜਿਵੇਂ ਮੱਥੇ ਦਾ ਰੰਗ ਸੁੰਦਰ ਹੋਣ ਕਰਕੇ ਮਾਨੋ ਮੱਥਾ ਜਿਹੜਾ ਹੈ ਉਹ ਅੰਮ੍ਰਿਤ ਦਾ ਗਾਰਾ ਬਣਿਆ ਹੋਇਆ। ਤੇ ਉਹ ਦੋ ਜਿਹੜੇ ਸਹੇਲੀਆਂ ਹੈ ਉਹ ਮਾਨੋ ਵੀ ਜਿਵੇਂ ਭੌਰੇ ਆ ਨਾ, ਭੌਰਿਆਂ ਦਾ ਕੋਈ ਬੱਚੇ ਛੋਟੇ ਛੋਟੇ ਉਹ ਕਾਲੇ ਸੂਹ ਜਿਹੜੇ ਆ ਉਹ ਚਿੱਕੜ ਵਿੱਚ ਖੁੱਭੇ ਹੋਣ, ਅੰਮ੍ਰਿਤ ਦੇ ਚਿੱਕੜ ਦੇ ਵਿੱਚ ਖੁੱਭ ਰਹੇ ਹੋਣ। ਇਸ ਤਰ੍ਹਾਂ ਹਜ਼ੂਰ ਦੀ ਸ਼ੋਭਾ ਬਣ ਰਹੀ ਹੈ। ਡੀਠ ਨਾ ਲੱਗਾ ਹੈ ਡਰਤ ਔਰ ਜਨਨੀ। ਤੇ ਮਾਤਾ ਜੀ ਡਰਦੇ ਆ ਕਿਤੇ ਸਾਡੇ ਬਾਲਕ ਨੂੰ ਨਜ਼ਰ ਨਾ ਲੱਗੇ ਕਿਸੇ ਦੀ। ਵਾਰਤ ਰਾਈ ਲਾਉਣ ਮੰਗਾਏ। ਤੇ ਕਦੇ ਉਹ ਲੂਣ ਯਾਦਕ ਮੰਗਾ ਮੰਗਾ ਕਰਕੇ ਮਾਤਾ ਜੀ ਵਾਰ ਦਿੰਦੇ ਹਨ। ਤਿੰਨ ਕਾ ਤੋਰ ਤੋਰ ਕਰ ਗੇਰਤ। ਜਾਂ ਰਾਈ ਮਾਤਰ ਲੂਣ ਜਾਂ ਰਾਈ ਲੂਣ ਲਿਆ ਲਿਆ ਕੇ ਮਾਤਾ ਜੀ ਵਾਰ ਦਿੰਦੇ ਆ। ਹੋਰ ਜਿਵੇਂ ਕੋਈ ਤਿਨਕੇ ਤੋੜਦੇ ਹਨ, ਵਾਰ-ਵਾਰ ਘਾਹ ਦੇ ਤਿਨਕੇ ਜੇ ਵਾਰ-ਵਾਰ ਕੇ ਸੁੱਟਦੇ ਹੈ। ਰਛਕ ਸ਼੍ਰੀ ਨਾਨਕ ਲੈ ਨਾਏ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ, ਹੇ ਗੁਰੂ ਗਰੀਬ ਨਵਾਜ, ਮਹਾਰਾਜ ਪੁੱਤਰ ਤੁਸਾਂ ਦਿੱਤਾ ਹੈ ਤੇ ਇਹਦੀ ਰੱਖਿਆ ਵੀ ਤੁਸੀਂ ਕਰਨੀ ਹੈ। ਜੀਵਰ ਜਰੇ ਜਵਾਹਰ ਜਾਹਰ। ਤੇ ਬਹੁਤ ਸੋਹਣੇ ਗਹਿਣੇ ਜਿਹੜੇ ਕਢਾਏ ਹੋਏ ਆ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਹਿਨਾਏ ਮਾਤਾ ਜੀਆਂ, ਜਿਹਦੇ ਉੱਪਰ ਬੇਸ਼ਕੀਮਤੀ ਜਵਾਹਰਾਤ ਜੜੇ ਹੋਏ ਆ। ਜੇਬ ਅਜਾਇਬ ਜਬਰ ਜਰੰਤ। ਤੇ ਉਹ ਜਿਹੜੇ ਵਾ ਅਜਾਇਬ ਅਜਬ ਤਰ੍ਹਾਂ ਦੀ ਸ਼੍ਰੇਸ਼ਟ ਜਿਹੜੇ ਜੇਵਰਾਤ ਉਹਨਾਂ ਦੇ ਉੱਪਰ ਜਵਾਹਰ ਮਾਣਕ ਜੜੇ ਹੋਏ ਸ਼ੋਭਾ ਪਾਉਂਦੇ ਹਨ। ਸੋ ਵਰਨ ਤਨ ਦੁੱਤ ਮੇਲ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਰੰਗ ਵੀ ਸੋਨੇ ਵਰਗਾ ਹੈ ਤੇ ਦੂਜੇ ਗਲ ਵਿੱਚ ਜਿਹੜੇ ਸੋਨੇ ਦੇ ਗਹਿਣੇ ਪਾਏ ਹੋਏ, ਕਹਿੰਦੇ ਮਿਲ ਕੇ ਇੱਕੋ ਹੀ ਪਤਾ ਹੀ ਨਹੀਂ ਲੱਗਦਾ ਵੀ ਗਹਿਣਾ ਕਿੱਥੇ ਪਾਇਆ ਹੋਇਆ। ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਦਾ, ਮਾਤਾ ਗੰਗਾ ਜੀ ਦੇ ਪੁੱਤਰ ਦਾ ਰੰਗ ਵੀ ਸੋਨੇ ਵਰਗਾ ਤੇ ਸੋਨੇ ਵਰਗੇ ਗਹਿਣੇ ਪਾ ਕੇ ਇੱਕੋ ਹੀ ਸ਼ੋਭਾ ਬਣੀ ਹੋਈ ਹੈ। ਸਮਤਾ ਤੇ ਪੇਵ ਨਾ ਲਖੇ ਅੰਤ। ਸੋਨੇ ਵਰਗਾ ਰੰਗ ਹੋਣ ਕਰਕੇ ਗਲ ਵਿੱਚ ਇਉਂ ਨਹੀਂ ਪਤਾ ਲੱਗਦਾ ਹੱਥਾਂ ਪੈਰਾਂ 'ਚ ਵੀ ਕਿੱਥੇ ਸੋਨੇ ਦੇ ਗਹਿਣੇ ਪਾਏ ਹੋਏ ਆ।
ਕਰ ਘਸ ਹੋਤ ਸਪਰਸ ਜਾਨੀਅਤ। ਵੀ ਜੇ ਹੱਥ ਲਾ ਕੇ ਵੇਖੇ ਨਾ ਕੋਈ ਤੇ ਫੇਰ ਪਤਾ ਚੱਲਦਾ ਵੀ ਹਰਗੋਬਿੰਦ ਸਾਹਿਬ ਦੇ ਕੋਈ ਗਹਿਣਾ ਪਾਇਆ ਹੈ। ਨਹੀਂ ਤਾਂ ਰੰਗ ਜਿਹੜਾ ਨਾ ਸਰੀਰ ਦਾ ਸੋਨੇ ਰੰਗਾ ਤੇ ਪਤਾ ਹੀ ਨਹੀਂ ਚੱਲਦਾ ਵੀ ਗਹਿਣੇ ਕਿੱਥੇ ਪਾਏ ਹੋਏ ਆ। ਇੰਨੀ ਸੋਭਾ ਗਹਿਣਿਆਂ ਦੀ ਛਾ ਰਹੀ ਹੈ। ਰੰਗ ਵੀ ਸੋਨੇ ਵਰਗਾ ਤੇ ਸੋਨੇ ਦੇ ਗਹਿਣੇ ਇੱਕੋ ਹੀ ਮਿਲੇ ਹੋਏ, ਪਤਾ ਨਹੀਂ ਲੱਗਦਾ ਹੈ। ਕੈ ਹੀਰਨ ਕੀ ਦਮਕ ਦਿਖੰਤ। ਤੇ ਜਾਂ ਉਦੋਂ ਪਤਾ ਲੱਗਦਾ ਜਦੋਂ ਫਿਰ ਹੀਰੇ ਚਮਕਦੇ ਆ ਸੋਨੇ ਵਿੱਚ ਪਾਏ ਹੋਏ, ਫੇਰ ਪਤਾ ਲੱਗਦਾ ਵੀ ਗਹਿਣਾ ਪਾਇਆ, ਨਹੀਂ ਤਾਂ ਪਤਾ ਨਹੀਂ ਲੱਗਦਾ ਹੈ। ਤਿਨ ਕੀ ਉਪਮਾ ਕਹਾਂ ਕੌਣ ਕੀ। ਤੇ ਕਵੀ ਜੀ ਕਹਿੰਦੇ ਭਾਈ ਹਰਗੋਬਿੰਦ ਸਾਹਿਬ ਮਹਾਰਾਜ ਦੀ, ਉਹਨਾਂ ਦੇ ਸ਼੍ਰੇਸ਼ਟ ਰੂਪ ਦੀ, ਪਾਏ ਹੋਏ ਗਹਿਣਿਆਂ ਦੀ ਤੇ ਸੋਭਾ ਜਿਹੜੀ ਹੈ ਨਾ, ਦੱਸੋ ਕਿੱਥੋਂ ਤਿੱਕਰ ਗਾਈਏ, ਮੇਰੀ ਜ਼ੁਬਾਨ ਰੁਕ ਜਾਂਦੀ ਹੈ। ਤੋ ਮੇਰੇ ਪਾਸ ਇੰਨੀ ਬੁੱਧ ਨਹੀਂ ਵੀ ਹਰਗੋਬਿੰਦ ਸਾਹਿਬ ਮਹਾਰਾਜ ਦੀ ਅਸੀਂ ਸੋਭਾ ਗਾ ਸਕੀਏ ਪੂਰੀ ਪੂਰੀ। ਇੰਨੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ ਹੈ। ਮਨ ਭ੍ਰਮ ਹਾਰਿਓ ਲਘੂ ਲਗੰਤ। ਤੋ ਕਵੀ ਜੀ ਕਹਿੰਦੇ ਸਾਡਾ ਮਨ ਜਿਹੜਾ ਵਾਰ-ਵਾਰ ਭਰਮ ਜਾਂਦਾ ਹੈ। ਵਾਰ-ਵਾਰ ਸਾਡਾ ਜਿਹੜਾ ਹੈ ਉਹ ਮਨ ਉਹ ਭਰਮ ਕੇ ਜਾਂਦਾ, ਬਲਿਹਾਰ ਜਾਂਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਛੋਟੇ ਸਰੂਪ ਤੋਂ। ਦੋਹਰਾ ਇਸ ਪ੍ਰਕਾਰ ਬ੍ਰਿਧਤ ਗੁਰੂ। ਉਹ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਨ ਬਰ ਦਿਨ ਵੱਧ ਰਹੇ ਹਨ, ਸਰੀਰ ਵੱਧ ਰਿਹਾ ਹੈ। ਸੁੰਦਰ ਸਰਬ ਸਰੀਰ। ਤੇ ਸਾਰਾ ਸਰੀਰ ਹਜੂਰ ਦਾ ਬਹੁਤ ਹੀ ਸੁੰਦਰ ਹੈ, ਚਮਕਾਂ ਦਬਕਾਂ ਮਾਰਦਾ ਹੈ। ਅੰਗ ਬਿਲੰਦ ਬਿਲੋਕੀਅਤ। ਅੰਗ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਵੱਡੇ ਵੇਖੇ ਜਾਂਦੇ, ਸਰੀਰ ਪੂਰਾ ਜਿਵੇਂ ਕੋਈ 1.25 ਮਹੀਨੇ ਦੇ ਆਮ ਬੱਚੇ ਹੁੰਦੇ, ਐਡਾ ਸਰੀਰ ਨਹੀਂ ਹੈ। ਆਮ ਬੱਚਿਆਂ ਨਾਲੋਂ ਦੂਣਾ ਸਰੀਰ ਹੈ ਹਰਗੋਬਿੰਦ ਸਾਹਿਬ ਮਹਾਰਾਜ ਦਾ ਦੇਖੀਦਾ। ਹਰਗੋਬਿੰਦ ਮਤ ਧੀਰ। ਹਰਗੋਬਿੰਦ ਸਾਹਿਬ ਮਹਾਰਾਜ ਐਸੇ ਆ ਸ਼ੋਭਾ ਵਾਲੇ, ਗੁਰੂ ਗਰੀਬ ਨਵਾਜ, ਮਤ ਦੇ ਧੀਰਜ ਵਾਲੇ। ਦੋਹਰਾ ਪ੍ਰਿਥੀਏ ਕੀ ਦਾਸੀ ਫਿਰੀ। ਉਧਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਕੋਈ ਪਾਪਣ ਲੱਭਣ ਵਾਸਤੇ, ਦਾਈ ਲੱਭਣ ਵਾਸਤੇ ਪ੍ਰਿਥੀ ਚੰਦ ਦੀ ਜਿਹੜੀ ਦਾਸੀ ਹੈ ਨਾ, ਕਰਮੋਂ ਬੀਬੀ ਦੀ, ਉਹ ਦਾਸੀ ਫਿਰ ਰਹੀ ਹੈ। ਖੋਜਤ ਦੁਰਮਤ ਨਾਰ। ਵੀ ਕੋਈ ਮੈਨੂੰ ਲੱਭ ਜਾਵੇ, ਪਾਪ ਕਰਨ ਵਾਲੀ ਪਾਪਣ। ਇਕ ਨੇ ਕਹਿ ਧੀਰਜ ਦਈ। ਉਹ ਬੜਿਆਂ ਤੋਂ ਪੁੱਛਿਆ, ਕੋਈ ਗੱਲ ਨਾ ਬਣੀ। ਫਿਰ ਇੱਕ ਮਾਈ ਸੀ, ਉਹ ਵੀ ਦਾਈ ਦਾ ਕੰਮ ਕਰਦੀ ਸੀ। ਤੋ ਉਹ ਜਿਹੜੀ ਮਾਈ ਹੈ ਉਹ ਕਿਤੇ ਗੱਲਬਾਤ ਕਰਦੇ ਆ ਉਹ ਕਰਮੋਂ ਦੀ ਦਾਸੀ ਨੂੰ, ਫਿਰ ਉਹਨੇ ਹਾਂ ਫੜਾਈ ਹੈ, ਧੀਰਜ ਦਿੱਤਾ ਹੈ। ਤੋਹੇ ਕਰਾ ਮੈਂ ਕਾਰ। ਉਹ ਲੋਭੀ ਬਹੁਤ ਸੀ ਤੇ ਪਾਪਣ ਵੱਡੀ ਸੀ। ਕਹਿੰਦੀ ਹਾਂ ਭਾਈ, ਮੈਂ ਜਾ ਕੇ ਕਹਿ ਦੇ ਕਰਮੋਂ ਨੂੰ ਵੀ ਮੈਂ ਤੇਰਾ ਕੰਮ ਕਰ ਦੇਵਾਂਗੀ। ਸਵਈਆ ਛੰਦ ਰਾਮਦਾਸ ਪੁਰ ਬਸਹਿ ਕੋ ਚਲਣੀ। ਕਹਿੰਦੇ ਉਹ ਖੋਟੇ ਚਾਲ ਚੱਲਣ ਵਾਲੀ ਪਾਪਣ ਮਾਈ ਇੱਥੇ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੀ ਹੈ। ਧਾਇਨ ਕੀ ਕ੍ਰਿਤ ਤੇ ਗੁਜਰਾਨ। ਤੇ ਇਹ ਵੀ ਦਾਈ ਪੁਣਾ ਕਰਦੀ ਸੀ, ਇਸੇ ਕਾਰਜ ਤੋਂ ਕੰਮਕਾਰ ਜਿਹੜਾ ਐਸਾ ਕੋਈ ਲਾਗ ਆਦਿਕ ਲੈ ਲੂ ਕੇ ਇਹ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਦਾਸੀ ਮਸਲਤ ਅਘ ਕੀ ਕਰ ਕੈ। ਤੋ ਦਾਸੀ ਜਿਹੜੀ ਹੈ ਨਾ, ਇਹ ਬੀਬੀ ਕਰਮੋਂ ਦੀ, ਉਹਨੇ ਫਿਰ ਸਾਰੀ ਗੱਲ ਸਮਝਾ ਦਿੱਤੀ ਵੀ ਕੰਮ ਕੀ ਕਰਨਾ ਹੈ। ਕੰਮ ਇਹ ਕਰਨਾ ਹੈ ਵੀ ਮਾਤਾ ਗੰਗਾ ਜੀ ਦਾ 1.25 ਮਹੀਨੇ ਦਾ ਜਿਹੜਾ ਬਾਲਕ ਹੈ ਨਾ, ਉਹਨੂੰ ਮਾਰਨਾ ਹੈ ਹਰਗੋਬਿੰਦ ਸਾਹਿਬ ਨੂੰ। ਸਾਰੀ ਪਾਪ ਕਰਨ ਦੀ ਵਿਧੀ, ਜੋ ਵੀ ਗੱਲ ਕਹਿਣੀ ਸੀ, ਉਹ ਸਾਰੀ ਦਾਸੀ ਨੇ ਬੀਬੀ ਕਰਮੋਂ ਦੀ ਉਹ ਸਾਰੀ ਮੁਕਾ ਲਈ ਇਸ ਪਾਪਣ ਦੇ ਨਾਲ। ਕਰਮੋ ਨਿਕਟ ਸੋ ਮਿਲੀਆਨ। ਤੇ ਲਿਆ ਕੇ ਬੀਬੀ ਕਰਮੋਂ ਦੇ ਨਾਲ ਇਹਦਾ ਮਿਲਾਪ ਕਰਵਾ ਦਿੱਤਾ ਹੈ। ਸਾਦਰ ਸਦਨ ਬਿਠਾਏ ਸਮੀਪੀ। ਤੇ ਇਹ ਚੁਸਤ ਚਲਾਕ ਬੀਬੀ ਕਰਮੋਂ ਨੂੰ ਲੋੜ ਹੈ ਇਹਦੀ, ਤੇ ਇਹਦਾ ਬੜਾ ਸਤਿਕਾਰ ਨਹੀਂ ਮੂੰਹ ਲੱਗਣ ਦਿੰਦੀ। ਤੇ ਅੱਜ ਲੋੜ ਹੈ, ਫਿਰ ਇਹਦਾ ਸਤਿਕਾਰ ਕਰਦੀ ਇਸ ਮਾਈ ਦਾ। ਇਹਨੂੰ ਲਿਆ ਕੇ ਤੇ ਵਿਛਾ ਕੇ ਨਾ ਮੰਜਾ, ਤੇ ਵਿਛਾਏ ਹੋਏ ਮੰਜੇ ਦੇ ਉੱਪਰ ਸਤਿਕਾਰ ਨਾਲ ਬਿਠਾ ਲਿਆ ਹੈ। ਪੂਰਬ ਪਾਖਿਓ ਕਸ਼ਟ ਮਹਾਨ। ਤੇ ਪਹਿਲਾਂ ਫਿਰ ਆਪਦਾ ਦੁੱਖ ਜਿਹੜਾ ਨਾ ਬੀਬੀ ਕਰਮੋਂ ਵੀ ਕਿਉਂ ਮਾਰਨਾ ਚਾਹੁੰਦੀ ਹੈ ਹਰਗੋਬਿੰਦ ਸਾਹਿਬ ਮਾਤਾ ਗੰਗਾ ਜੀ ਦੇ ਲਾਲ ਨੂੰ, ਉਹ ਸਾਰਾ ਮਨ ਦਾ ਜਿਹੜਾ ਕਸ਼ਟ ਹੈ ਨਾ, ਦੁੱਖ, ਉਹ ਦੱਸਣ ਲੱਗੀ ਵੀ ਇਹਦੇ ਮਨ 'ਚ ਐ ਨਾ ਆਵੇ ਵੀ ਕਰਮੋਂ ਪਾਪ ਕਰਦੀ ਪਈ ਹੈ। ਉਹ ਸੱਚੀ ਹੋਣ ਵਾਸਤੇ ਦੱਸਦੀ ਹੈ। ਅਨਜਲੀਨ ਗੁਰਤਾ ਵਿਪਰੀਤੀ। ਵੀ ਕੀ ਦਸੀਏ, ਮੇਰੇ ਪਤੀ ਪ੍ਰਿਥੀ ਚੰਦ ਦੇ ਛੋਟੇ ਭਰਾ ਤਾਂ ਅਰਜੁਨ ਦੇਵ ਨੇ ਕਿਸੇ ਚਾਲ ਦੇ ਨਾਲ
ਤੇ ਇਹ ਗੁਰਤਾ ਗੱਦੀ ਹਾਸਲ ਕਰ ਲਈ ਗੁਰੂ ਬਣ ਬੈਠੇ ਹੈ। ਜੇਠੋ ਬੈਠੋ ਰਹਿਓ ਸੋ ਜਾਨ। ਤੇ ਵੇਖ ਹੈ ਮੇਰੀ ਭੈਣ ਤੇ ਮੇਰਾ ਪਤੀ ਪ੍ਰਿਥੀ ਚੰਦ ਵੱਡਾ ਪੁੱਤਰ ਸੀ ਗੁਰੂ ਰਾਮਦਾਸ ਮਹਾਰਾਜ ਦਾ, ਪਰ ਉਹ ਵਿਚਾਰਾ ਵਿਹਲਾ ਹੀ ਹੱਥ ਤੇ ਹੱਥ ਧਰਿਆ ਤੇ ਘਰ ਵਿੱਚ ਬੈਠਾ ਹੋਇਆ ਹੈ। ਬਾਹਾ ਉਪਚਾਰਨ ਤੇਨ ਪੁਜਿਓ ਸੁਤ। ਤੇ ਫੇਰ ਸੋਚਿਆ ਚਲੋ ਇਹਨਾਂ ਘਰੇ ਪੁੱਤਰ ਨਹੀਂ ਹੈ ਤੇ ਸਾਡੇ ਮਿਹਰਵਾਨ ਨੂੰ ਗੁਰਤਾ ਮਿਲ ਜਾਊ। ਅਸੀਂ ਚੁੱਪ ਰਹੇ ਵੀ ਚਲੋ ਫੇਰ ਕੀ ਹੋਇਆ ਜੇ ਅਰਜਨ ਦੇਵ ਨੇ ਵਲ ਛਲ ਫਰੇਬ ਦੇ ਨਾਲ ਪਿਤਾ ਗੁਰੂ ਰਾਮਦਾਸ ਤੋਂ ਗੁਰਿਆਈ ਲੈ ਲਈ ਹੈ। ਇਹ ਬੀਬੀ ਕਰਮੋਂ ਕਹਿੰਦੀ ਹੈ, ਕਹਿੰਦੀ ਕੋਈ ਗੱਲ ਨਹੀਂ, ਫਿਰ ਅਸੀਂ ਟਿਕੇ ਰਹੇ ਵੀ ਚਲੋ ਇਹਨਾਂ ਦੇ ਘਰੇ ਕੋਈ ਪੁੱਤਰ ਧੀ ਹੈ ਨਹੀਂ, ਬਾਅਦ ਵਿੱਚ ਸਾਨੂੰ ਗੁਰਿਆਈ ਮਿਲ ਜਾਵੇਗੀ ਸਾਡੇ ਪੁੱਤਰ ਮਿਹਰਵਾਨ ਨੂੰ। ਤੇ ਕੁਝ ਸਮੇਂ ਬਾਅਦ ਬੜੇ ਯਤਨਾਂ ਸਦਕਾ ਪਿਛਲੇ ਦਿਨੀ ਮਾਤਾ ਗੰਗਾ ਜੀ ਦੇ ਘਰ ਸਾਹਿਬਜ਼ਾਦੇ ਪ੍ਰਗਟ ਹੋ ਗਏ, ਪੁੱਤਰ ਜੰਮਿਆ ਹੈ। ਤਿਨਹਾ ਕੀਨ ਉਤ ਸਭ ਹਰ ਖਾਏ। ਤੇ ਉਹ ਬੜੇ ਖੁਸ਼ੀਆਂ ਕਰ ਰਹੇ ਹੈ, ਉਹਨਾਂ ਦੇ ਘਰ ਵਿੱਚ ਬੜੇ ਗਾਉਣ ਕੱਢੇ ਜਾ ਰਹੇ ਹਨ। ਕਹੈ ਕਿ ਗਾਦੀ ਕੋ ਇਹ ਮਾਲਕ। ਤੇ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਕਹਿ ਰਹੇ ਹੈ, ਇਹ ਅਖੇ ਆਉਣ ਵਾਲਾ ਸਾਡੀ ਗੁਰਿਆਈ ਗੁਰਤਾ ਗੱਦੀ ਦਾ ਵਾਰਸ ਹੈ, ਮਾਲਕ ਹੋਵੇਗਾ ਬੱਚਾ। ਪਾਛੇ ਗੁਰ ਤਾਲੇ ਸ਼ੁਭ ਪਾਏ। ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਤੋਂ ਸੰਗਤਾਂ ਵੀ ਕਹਿ ਰਹੀਆਂ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰਤਾ ਸਿੰਘਾਸਨ ਪ੍ਰਾਪਤ ਕਰੇਗਾ ਸ਼੍ਰੇਸ਼ਟ। ਪੂਰਬ ਆਸ ਹੋਤੀ ਹਮਰੇ ਮਨ। ਤੇ ਇਹ ਤੈਨੂੰ ਕੀ ਦਸੀਏ ਇਹ ਭੈਣ, ਪਹਿਲਾਂ ਸਾਡੇ ਮਨ ਦੇ ਵਿੱਚ ਆਸ ਹੈ ਸੀਗੀ ਵੀ ਚਲੋ ਕੋਈ ਨਾ ਸਮਾਂ ਆਉਣ ਤੇ ਸ਼੍ਰੀ ਅਰਜਨ ਜਬ ਤਨ ਬਿਨ ਸਾਏ। ਜਦੋਂ ਗੁਰੂ ਅਰਜਨ ਦੇਵ ਜੀ ਸਰੀਰ ਛੱਡ ਜਾਣਗੇ, ਸੱਚਖੰਡ ਪਿਆਨਾ ਕਰ ਜਾਵਣਗੇ, ਸੰਤਤ ਨਹੀਂ ਬਨ ਹੈ ਹਮ ਹੀ ਗੁਰ। ਤੇ ਅਰਜਨ ਦੇਵ ਗੰਗਾ ਦੇ ਘਰ ਵਿੱਚ ਕੋਈ ਔਲਾਦ ਨਹੀਂ ਤੇ ਗੁਰਿਆਈ ਫਿਰ ਮੁੜ ਸਾਨੂੰ ਹੀ ਮਿਲ ਜਾਵੇਗੀ। ਭਾਵ ਕਿ ਸਾਡੇ ਪੁੱਤਰ ਜਿਹੜਾ ਹੈ ਮਿਹਰਵਾਨ ਗੁਰਤਾ ਤਖਤ ਉਹਨੂੰ ਮਿਲ ਜਾਵੇਗਾ। ਇਹ ਪਹਿਲਾਂ ਸਾਡੇ ਮਨ ਵਿੱਚ ਆਸ ਹੈ ਸੀਗੀ। ਚਾਰਾਂ ਦੇਸ਼ ਕੇ ਪੂਜ ਕਹਾਏ। ਤੇ ਅਸੀਂ ਚਾਰ ਚਫੇਰਿਆਂ ਦੇ ਪੂਜਨੀਕ ਸਤਿਕਾਰਯੋਗ ਕਹਾਵਾਂਗੇ। ਜਬ ਕੋ ਨੰਦਨ ਤਿਨ ਕੇ ਜਨਮਿਓ। ਹਾਂ, ਪਰ ਦਸੀਏ ਕਿ ਜਦੋਂ ਦਾ ਮਾਤਾ ਗੰਗਾ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਹੈ, ਤਬ ਤੇ ਹਮ ਹੋਏ ਗਏ ਨਿਰਾਸ। ਉਦੋਂ ਤੋਂ ਅਸੀਂ ਨਿਰਾਸ਼ ਹੋ ਗਏ, ਸਾਡੀ ਆਸਾਂ ਸਾਰੀਆਂ ਦੇ ਪਾਣੀ ਫਿਰ ਗਿਆ। ਹੁਣ ਕਿਵੇਂ ਅਸੀਂ ਆਪਦੇ ਪੁੱਤਰ ਮਿਹਰਵਾਨ ਨੂੰ ਗੁਰੂ ਬਣਿਆ ਵੇਖਾਂਗੇ, ਸਾਡੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਅਬ ਉਪਾਏ ਆਸ ਕਰ ਚਿਤ। ਪਰ ਹੁਣ ਚਿੱਤ ਵਿੱਚ ਅਸੀਂ ਇਹ ਜਾਣਿਆ ਵੀ ਹੁਣ ਇੱਕ ਹੋਰ ਉਪਾਅ ਕੀਤਾ ਜਾ ਸਕਦਾ ਜਿਹੜੀ ਸਾਨੂੰ ਵੀ ਖੁਸ਼ੀ ਮਿਲ ਜਾਵੇ। ਜਿਸ ਤੇ ਬਾਲਕ ਹੋਏ ਬਿਨਾਸ਼। ਵੀ ਇਹ ਉਪਾਅ ਹੈ ਵੀ ਹੱਲ ਇੱਕ ਹੀ ਹੈ ਵੀ ਜੇ ਕਿਤੇ ਮਾਤਾ ਗੰਗਾ ਜੀ ਦਾ ਪੁੱਤਰ ਮਾਰ ਦਿੱਤਾ ਜਾਵੇ ਪੁਨ ਤਿਨ ਕੇ ਜਨਮੇ ਨ ਆਤਮਜ। ਤੇ ਉਸ ਤੋਂ ਬਾਅਦ ਕਿਉਂਕਿ ਹੁਣ ਮਸਾਂ ਹੀ ਇਹਨਾਂ ਦੇ ਘਰੇ ਸਾਹਿਬਜ਼ਾਦੇ ਪ੍ਰਗਟ ਹੋਏ ਆ ਤੇ ਫੇਰ ਨਹੀਂ ਇਹਨਾਂ ਦੇ ਘਰੇ ਪੁੱਤਰ ਪੈਦਾ ਹੋਣਾ। ਹਮੋਰੇ ਕਾਜ ਹੋਏ ਸਭ ਰਾਸ। ਤੇ ਸਾਡੇ ਸਾਰੇ ਪਿਛਲੇ ਅਗਲੇ ਕੰਮ ਜਿਹੜੇ ਆ ਪੂਰੇ ਹੋ ਜਾਣਗੇ, ਸਾਰੇ ਕਾਰਜ ਰਾਸ ਹੋ ਜਾਣੇ ਹਨ। ਦਰਬ ਆਦ ਆ ਸੁੰਦਰ ਸਭ ਵਸਤੂ। ਬਾਕੀ ਤੂੰ ਗੱਲ ਸੁਣ, ਚਿੰਤਾ ਨਾ ਕਰੀ ਕਿਸੇ ਗੱਲ ਦੀ, ਖੁੱਲੀ ਮਾਇਆ ਤੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵਸਤੂਆਂ ਹਨ। ਚਾਹੂੰ ਦੇਸ਼ ਤੇ ਚੱਲ ਆਏ ਆਵਾਸ। ਉਹ ਸਾਡੇ ਘਰ ਵਿੱਚ ਚੱਲ ਚੱਲ ਕੇ ਆਉਣਗੀਆਂ। ਜਦੋਂ ਸਾਨੂੰ ਗੁਰਿਆਈ ਮਿਲ ਗਈ ਸਾਡੇ ਘਰ ਵਿੱਚ, ਸਾਡੇ ਪੁੱਤਰ ਮਿਹਰਵਾਨ ਨੂੰ ਜਦੋਂ ਸਿੰਘਾਸਨ ਮਿਲਿਆ ਨਾ ਅਰਜਨ ਦੇਵ ਤੋਂ ਬਾਅਦ, ਤੇ ਸਾਡੇ ਘਰ ਵਿੱਚ ਬੜੀ ਅਮੀਰੀ ਹੋ ਜਾਣੀ ਹੈ। ਤਬ ਤੇਰੀ ਬਾਹ ਕਰਹਿ ਜੀਵ ਕਾ। ਤੇ ਉਦੋਂ ਫਿਰ ਤੇਰੀ ਡਾਢੀ ਸੇਵਾ ਕੀਤੀ ਜਾਵੇਗੀ, ਖੁੱਲਾ ਧਨ ਮਾਇਆ ਤੈਨੂੰ ਸੁੱਟਿਆ ਜਾਵੇਗਾ, ਦਿੱਤਾ ਜਾਵੇਗਾ, ਮੂੰਹ ਮੰਗੀਆਂ ਮੁਰਾਦਾਂ ਪਾਵੇਂਗੀ ਤੂੰ, ਤੇ ਤੇਰੇ ਘਰ ਦਾ ਸਾਰਾ ਖਰਚਾ ਜਿਹੜਾ ਸਾਰੀ ਉਮਰ ਵਾਸਤੇ ਅਸੀਂ ਚੁੱਕਾਂਗੇ। ਭੋਜਨ ਬਸਨ ਸਕਲ ਪਰਵਾਰ। ਵੀ ਤੇਰੇ ਸਾਰੇ ਪਰਿਵਾਰ ਦਾ ਭੋਜਨ
ਅੰਨ ਪਾਣੀ ਤੇ ਸਾਰੇ ਪਰਿਵਾਰ ਦਾ ਲੀੜਾ ਲੱਤਾ ਸਾਡੇ ਘਰੋਂ ਬਣਿਆ ਕਰੇਗਾ, ਪੱਕਾ ਸਾਰੀ ਉਮਰ ਦੇ ਵਾਸਤੇ, ਜਦੋਂ ਤੱਕ ਤੂੰ ਜਿਉਂਦੀ ਹੈ। ਨਿਜ ਘਰ ਤੇ ਹਮ ਦੇਹ ਤੋਹੀ ਵੀ ਕਹਾ। ਅਸੀਂ ਤੁਹਾਡੇ ਪਰਿਵਾਰ ਨੂੰ ਪਾਲਾਂਗੇ, ਆਪਦੇ ਘਰ ਤੋਂ ਦਿਆਂ ਕਰਾਂਗੇ ਸਭ ਕੁਝ ਹੀ, ਅਰ ਤੇਰੋ ਜਨ ਹੈ ਉਪਕਾਰ। ਤੇ ਸਾਰੀ ਉਮਰ ਤੇਰਾ ਉਪਕਾਰ ਜਾਣਾਂਗੇ, ਆਸਾਨ ਜਾਣਾਂਗੇ ਵੀ ਤੂੰ ਸਾਨੂੰ ਗੁਰਿਆਈ ਦਾ ਤਖਤ ਦਵਾਇਆ ਹੈ ਸੀ। ਮਿਹਰਬਾਨ ਕੇ ਪਿਤਾ ਪਾਸ ਤੇ। ਬਾਕੀ ਇੱਥੇ ਗੱਲ ਮੁੱਕਦੀ ਨਹੀਂ। ਇਹਦਾ ਨਾਮ ਸਾਧ ਸੰਗਤ ਦੀ ਸੋਭੀ ਸੀਗਾ। ਜਿਹੜੀ ਇਹ ਦਾਈ ਹੈ ਸੀ, ਇੱਥੇ ਨਹੀਂ ਨਾਂ ਦਾ ਜ਼ਿਕਰ ਆਇਆ, ਪਰ ਇਹਦਾ ਨਾਮ ਸੋਭੀ ਆਉਂਦਾ ਇਤਿਹਾਸ ਅੰਦਰ, ਤਵਾਰੀਖਾਂ ਵਿੱਚ ਲਿਖਿਆ ਜਿਵੇਂ ਮਿਲਦਾ। ਤਾਂ ਉਹ ਮਾਈ ਜਿਹੜੀ ਇਹ ਹੈ ਬੀਬੀ ਕਰਮੋ, ਇਹ ਕਹਿੰਦੀ ਹੈ ਕਿ ਹੇ ਦਾਸੀ ਸੋਭੀ, ਤੂੰ ਚਿੰਤਾ ਨਾ ਕਰੀ, ਮੈਂ ਵੀ ਤੇਰੀ ਪੂਰੀ ਮਦਦ ਕਰਾਂਗੀ, ਪਰ ਇਥੋਂ ਤੀਕਰ ਨਹੀਂ, ਜੇ ਸਾਡਾ ਕੰਮ ਕਰ ਦੇਵੇਂ ਤੇ ਮਿਹਰਵਾਨ ਦੇ ਪਿਤਾ ਜਿਹੜੇ ਪ੍ਰਿਥੀ ਚੰਦ ਮੇਰੇ ਪਤੀ ਆ, ਆਦਰ ਮੈਂ ਕਰਵਾ ਉਦਾਰ। ਤੇ ਉਹਦੇ ਪਾਸੋਂ ਵੀ ਤੇਰਾ ਬੜਾ ਖੁੱਲਾ ਆਦਰ ਮਾਣ ਸਤਕਾਰ ਮੈਂ ਕਰਵਾ ਦੇਵਾਂਗੀ। ਇਹੋ ਕਾਰਜ ਨਿਜ ਚਾਤੁਰਤਾ ਤੇ। ਤੇ ਇਹ ਜਿਹੜਾ ਕੰਮ ਹੈ ਨਾ ਮਾਤਾ ਗੰਗਾ ਦੇ ਪੁੱਤਰ ਨੂੰ ਮਾਰਨ ਵਾਲਾ, ਇਹ ਆਪਦੀ ਬੜੀ ਸਿਆਣਪ ਤੇ ਚਲਾਕੀ ਦੇ ਨਾਲ ਤੈਂ ਕਰਹਿ ਅਬਹਿ ਉਪਜਹਿ ਸੁਖ ਸਾਰ। ਤੇ ਸਾਨੂੰ ਸੁਖ ਪ੍ਰਾਪਤ ਹੋਵੇਗਾ। ਆਪਦੀ ਚਲਾਕੀ ਸਿਆਣਪ ਦੇ ਨਾਲ ਜੇ ਸਾਡਾ ਕੰਮ ਕਰ ਦੇਵੇਂਗੀ, ਤੂੰ ਵੀ ਸੌਖੀ ਹੋ ਜਾਵੇਂਗੀ, ਅਸੀਂ ਵੀ ਸੌਖੇ। ਸਾਡੇ ਘਰ ਗੁਰਿਆਈ ਆ ਜਾਊ ਤੇ ਤੇਰੇ ਘਰ ਮਾਇਆ। ਅਸੀਂ ਗੁਰਿਆਈ ਚਾਹੁੰਦੇ ਹਾਂ ਤੇ ਤੂੰ ਮਾਇਆ ਚਾਹੁੰਦੀ ਆ। ਤੂੰ ਸਾਡਾ ਕੰਮ ਕਰ ਦੇ, ਅਸੀਂ ਤੇਰਾ ਕੰਮ ਕਰ ਦੇਵਾਂਗੇ। ਅਸੀਂ ਤੈਨੂੰ ਮਾਇਆ ਦੇਵਾਂਗੇ, ਤੂੰ ਸਾਨੂੰ ਗੁਰਿਆਈ ਦਵਾ। ਇਸ ਤਰ੍ਹਾਂ ਇਹ ਜਿਹੜੀ ਪਾਪਣ ਬੀਬੀ ਕਰਮੋਂ ਹੈ, ਇਹ ਘਾੜਤਾਂ ਘੜਦੀ ਹੈ, ਸਕੀਮਾਂ ਤਰਕੀਬਾਂ ਬਣਾਉਂਦੀ ਹੈ। ਏਕੋ ਸਤ ਲੈ ਹੋ ਰਜਤ ਪਨ ਅਬ ਹੂੰ। ਤੇ ਕਹਿੰਦੀ ਲੈ 100 ਰੁਪਈਆ ਉਹਨਾਂ ਸਮਿਆਂ ਵਿੱਚ ਖਾਲਸਾ ਜੀ ਬਹੁਤ ਸੀਗਾ। ਆਖਿਆ ਲੈ 100 ਰੁਪਈਆ ਤੈਨੂੰ ਹੁਣੇ ਮੈਂ ਦਿੰਦੀ ਹਾਂ। ਕਰਹ ਕਾਜ ਕੋ ਬਿਲਮ ਬਿਸਾਰ। ਤੇ ਇਹ ਹੁਣ ਦੇਰੀ ਨਾ ਕਰ ਤੇ ਛੇਤੀ ਨਾਲ ਮੇਰਾ ਇਹ ਕੰਮ ਕਰ ਦੇ ਤੈਂ। ਬਾਲਕ ਮ੍ਰਿਤ ਹਮ ਰੋਹਿਤ ਲੱਖ ਚਿਤ। ਤੇ ਚਿੱਤ ਵਿੱਚ ਜਾਣ ਲੈ ਵੀ ਮਾਤਾ ਗੰਗਾ ਦੇ ਸਾਹਿਬਜ਼ਾਦੇ ਦੇ ਮਰਨ ਵਿੱਚ ਹੀ ਸਾਡਾ ਭਲਾ ਹੈ। ਪੁਨ ਨਹਿ ਕਮੀ ਭਰ ਹੈ ਭੰਡਾਰ। ਤੇ ਫਿਰ ਕਮੀ ਨਹੀਂ ਰਹੂਗੀ, ਸਾਡੇ ਘਰ ਦੇ ਵੀ ਭੰਡਾਰੇ ਭਰ ਜਾਣੇ ਤੇ ਤੇਰਾ ਵੀ ਘਰ ਭਰ ਦੇਵਾਂਗੇ। ਏਮ ਕਹਿ ਬਸਤਰ ਆਪਨ ਲੈ ਕਰ। ਤੋ ਇਸ ਤਰ੍ਹਾਂ ਕਹਿ ਕਰਕੇ ਆਪਦਾ ਵਸਤਰ ਲੈ ਕਰਕੇ ਦੀਨ ਸਤੇ ਸੋ ਕੇ ਉਪਰ ਡਾਰ। ਤੇ ਉਹਦੇ ਉੱਪਰ ਦੇ ਦਿੱਤਾ। ਭਾਵ ਬੇਸ਼ਕੀਮਤੀ ਜਿਵੇਂ ਫੁਲਕਾਰੀ, ਚੰਗੇ ਮਹਿੰਗੇ ਵਸਤਰ ਜਿਹੜੇ ਆ ਨਾ, ਫੁਲਕਾਰੀ ਆਦਿਕ ਜਾਂ ਬਾਗ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਉਹ ਬੀਬੀ ਕਰਮ ਨੇ ਆਪਦਾ ਬੜਾ ਮਹਿੰਗਾ ਵਸਤਰ ਜਿਹੜਾ ਇਹਦੇ ਸਿਰ ਦੇ ਉੱਪਰ ਬੁੱਕਲ ਮਰਵਾ ਦਿੱਤੀ ਹੈ, ਆਪ ਦਿੱਤਾ ਹੈ। ਆਤ ਸਨੇਹ ਕੀ ਬਾਤ ਬਖਾਨਤ। ਤੇ ਆਪਦਾ ਕੰਮ ਕਰਾਉਣ ਬਦਲੇ ਮਿੱਠੀ ਹੋ ਕੇ ਬਹੁਤ ਪ੍ਰੇਮ ਦੀਆਂ ਗੱਲਾਂ ਕੀਤੀਆਂ ਹਨ। ਕਹਿ ਕਹਿ ਕਬ ਹੂੰ ਭਰ ਦ੍ਰਿਗ ਬਾਰ। ਤੇ ਕਦੀ ਕਦੀ ਫਿਰ ਪਖੰਡਣ ਬਹੁਤ ਹੈ ਨਾ ਬੀਬੀ ਕਰਮੋ, ਤੇ ਕਦੇ ਕਦੇ ਵੀ ਮਨ 'ਚ ਇਹ ਵੀ ਆਉਂਦਾ ਵੀ ਇਹਦੇ ਮਨ 'ਚ ਇਹ ਨਾ ਆਵੇ ਵੀ ਦਰਾਣੀ ਹੈ ਨਾ ਮਾਤਾ ਗੰਗਾ, ਤੇ ਉਹਦੇ ਘਰ ਦਾ ਹੀ ਕਿੱਡਾ ਬੁਰਾ ਸੋਚਦੀ ਹੈ, ਕਿਹਦੀ ਸਖੀ ਹੋਵੇਗੀ। ਪਰ ਉਹ ਫਿਰ ਪਖੰਡ ਕਰਨ ਮਾਰੇ ਕਦੇ ਕਦੇ ਜਾਣ ਕੇ ਅੱਖਾਂ 'ਚ ਪਾਣੀ ਜਾ ਲੈ ਆਉਂਦੀ ਹੈ, ਨੇਤਰਾਂ 'ਚੋਂ ਹੰਝੂ ਕੇਰਦੀ ਬੀਬੀ ਕਰਮੋਂ। ਤਾਏ ਕਰੂਰ ਕਰਮ ਅਤ ਪਾਪਨ। ਤੋ ਕਵੀ ਜੀ ਕਹਿੰਦੇ ਵਾਸਤਵ ਵਿੱਚ ਹੈ ਤਾਂ ਇਹ ਭੈੜੇ ਕਰਮਾਂ ਵਾਲੀ ਬੀਬੀ ਕਰਮੋਂ ਵੀ, ਤੇ ਨਾਲ ਜਿਹੜੀ ਹੁਣ ਰਲ ਗਈ ਹੈ ਉਹ ਵੀ ਐਸੀ ਹੈ, ਉਹ ਵੀ ਖੋਟੇ ਕਰਮਾਂ ਵਾਲੀ ਤੇ ਪਾਪ ਬਿਰਤੀ ਵਾਲੀ। ਇਹ ਵੱਡੀਆਂ ਦੋ ਪਾਪਣਾਂ ਰਲੀਆਂ ਹਨ। ਸੁਣ ਕਾਰ ਹਰਖੀ ਧੀਰਜ ਦੀਨ। ਤੇ ਭੈੜੇ ਕੰਮ ਕਰਨ ਵਾਲੀ ਇਹ ਪਾਪਣ ਜਿਹੜੀ ਦਾਈ ਸੋਭੀ ਹੈ, ਸੁਣ ਕੇ ਬੜਾ ਖੁਸ਼ ਹੋਈ ਤੇ ਧੀਰਜ ਦੇਣ ਲੱਗੀ ਬੀਬੀ ਕਰਮੋ ਰੋਂਦੀ ਨੂੰ। ਦੁਖੀ ਨਾ ਹੋ ਕਰਾਂ ਮੈਂ ਤੋਹਿਤ। ਹੇ ਭੈਣ ਬੀਬੀ ਕਰਮੋ, ਦੁਖੀ ਨਾ ਹੋ, ਮੈਂ ਤੇਰਾ ਭਲਾ ਜ਼ਰੂਰ ਕਰਾਂਗੀ ਜਿਵੇਂ ਤੈਨੂੰ ਚੰਗਾ ਲੱਗੇਗਾ। ਰਚਾਂ ਕਪਟ ਕੋ ਲਿਓ ਨਾ ਚੀਨ। ਤੇ ਇਹੋ ਜਿਹਾ ਮੈਂ ਧੋਖਾ ਕਰਾਂਗੀ ਗੁਰੂ ਅਰਜਨ ਦੇਵ ਮਾਤਾ ਗੰਗਾ ਦੇ ਘਰ ਜਾ ਕੇ, ਇਹੋ ਜਿਹੀ ਕਲਾ ਵਰਤਾਵਾਂਗੀ, ਕੋਈ ਨਹੀਂ ਜਾਣ ਪਾਏਗਾ ਵੀ ਇਹ ਕੀ ਭਾਣਾ ਵਰਤਿਆ ਹੈ। ਤੁਮਰੇ ਸੁਖ ਤੇ ਹੈ ਹਾਂ ਸੁਖ ਮੋਕਾ। ਤੇਰੇ ਸੁਖ ਨਾਲ ਹੀ ਮੇਰਾ ਸੁਖ ਹੈ, ਜੇ ਤੈਂ ਸੌਖੀ ਹੋ ਗਈ ਤੇ ਮੇਰੇ ਘਰ ਦੀ ਭੁੱਖ ਨਿਕਲ ਜਾਵੇਗੀ। ਖਾਨ ਪਾਨ ਕੀ ਸਭ ਸੁਧ ਲੀਨ। ਤੇ ਖਾਣ ਪੀਣ ਦੀ ਸਾਰੀ ਜਿਹੜੀ ਸੁੱਧ ਖਬਰ ਉਹ ਲੈਂਦੀ ਰਵੇਂਗੀ ਸਾਡੀ। ਜੇ ਤੈਨੂੰ ਸੁਖ ਮਿਲਿਆ ਤੇ ਆਪਦੇ ਵਾਅਦੇ ਮੁਤਾਬਕ ਤੂੰ ਵੀ ਸਾਡਾ ਘਰ ਪਾਲੇਂਗੀ, ਕੱਪੜਾ ਲੀੜਾ ਭੋਜਨ ਸਾਰੀ ਉਮਰ ਵਾਸਤੇ
ਤੇ ਨਾਲੇ ਖੁੱਲੀ ਮਾਇਆ ਸਾਨੂੰ ਮਿਲੇਗੀ। ਸੋ ਉਠ ਗਏ ਕਹਾਂ ਤਿੰਨ ਸਾਥ ਤੇ ਹੈ। ਬਾਕੀ ਆਖਿਆ ਇਹ ਜਿਹੜੀ ਇਹ ਦਾਈ ਹੈ ਸੋਭੀ, ਇਹ ਪਾਪਣ ਫਿਰ ਕਹਿੰਦੀ ਹੈ ਕਰਮੋਂ ਨੂੰ ਕਿ ਬੀਬੀ ਵੇਖ ਵੀ ਹੁਣ ਜਿਹੜੇ ਇਹ ਸ਼ਹਿਰ ਹੀ ਛੱਡ ਕੇ ਚਲੇ ਗਏ ਆ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ, ਤੇ ਸਾਡਾ ਹੁਣ ਉਹਨਾਂ ਨਾਲ ਕਾਹਦਾ ਸਾਥ, ਨਾ ਮੱਥੇ ਲੱਗਣਾ ਉਹਨਾਂ ਦੇ। ਭਾਵ ਵੀ ਹੁਣ ਉਹ ਤਾਂ ਸ਼ਹਿਰ ਛੱਡ ਕੇ ਹੀ ਚਲੇ ਗਏ, ਪਿੰਡ ਸ਼ਹਿਰ ਵਿੱਚ ਵਸਦੇ ਹੋਣ ਤੇ ਚਲੋ ਉਹਨਾਂ ਦਾ ਲਿਹਾਜ਼ ਹੋਵੇ ਪ੍ਰੇਮ। ਜਿਹੜੇ ਇੱਥੋਂ ਚਲੇ ਗਏ ਸਾਨੂੰ ਉਹ ਚੰਗੇ ਕਿ ਤੁਸੀਂ ਚੰਗੇ, ਤੁਸੀਂ ਸਦਾ ਸਾਡੇ ਕੋਲ ਰਹਿਣਾ, ਅਸੀਂ ਤੁਹਾਡੇ ਘਰਾਂ ਵਿੱਚ ਆਉਣਾ ਹੈ। ਲੈਨ ਦੇਨ ਕੁਛ ਨਾਹੇ ਨਾ ਕੀਨ। ਬਾਕੀ ਉਹਨਾਂ ਦੇ ਘਰੇ ਪੁੱਤਰ ਜੰਮਿਆ, ਚਾਹੇ ਵਡਾਲੀ ਵਿੱਚ ਹੀ ਉਹਨਾਂ ਦੇ ਮਾਤਾ ਗੰਗਾ ਦੇ ਘਰ ਪੁੱਤਰ ਜੰਮਿਆ ਸੀ, ਤੇ ਮੈਂ ਵੀ ਉਹਨਾਂ ਦੇ ਘਰ ਵਿੱਚ ਆਉਂਦੀ ਜਾਂਦੀ ਹਾਂ ਪੁਰਾਣੇ ਸਮੇਂ ਤੋਂ। ਤੇ ਉਹਨਾਂ ਨੂੰ ਚਾਹੀਦਾ ਸੀ ਵੀ ਮੇਰੇ ਨਾਲ ਕੁਝ ਨਾ ਕੁਝ ਤਾਂ ਲੈਣ ਦੇਣ ਕਰਦੇ, ਮੈਨੂੰ ਲਾਗ ਆਦਿਕ ਦੇ ਦਿੰਦੇ। ਚਿਤ ਬਾਸ਼ਤ ਇਹ ਕਾਰਜ ਮੁਕਾ। ਤੇ ਇਹ ਤਾਂ ਮੇਰੇ ਮਨ ਦਾ ਹੀ ਕਾਰਜ ਤੂੰ ਕਹਿ ਦਿੱਤਾ। ਭਾਵ ਇਹ ਕਹਿੰਦੀ ਮੇਰਾ ਵੀ ਬੜਾ ਹਿਰਦਾ ਸੜਦਾ ਹੈ ਮਾਤਾ ਗੰਗਾ ਨੂੰ ਵੇਖ ਵੇਖ ਕੇ। ਜੇ ਉਹਨਾਂ ਦੇ ਘਰ ਪੁੱਤਰ ਹੋਇਆ ਤੇ ਜੇ ਉਹ ਪੁੱਤਰ ਭਾਵੇਂ ਵਡਾਲੀ ਵਿੱਚ ਹੋਇਆ ਤਾਂ ਮਾਤਾ ਗੰਗਾ ਦਾ ਫਰਜ਼ ਨਹੀਂ ਸੀ ਬਣਦਾ ਵੀ ਮੈਨੂੰ ਸੱਦਦੀ, ਮੈਨੂੰ ਕੋਈ ਲਾਗ ਦਿੰਦੀ, ਕੋਈ ਮਾਇਆ ਦਿੰਦੀ। ਮੈਨੂੰ ਵੀ ਆਸ ਸੀਗੀ ਇਹਨਾਂ ਤੇ। ਤੋ ਮਾਤਾ ਗੰਗਾ ਜੀ ਦੇ ਚਿੱਤ ਵਿੱਚ ਖਾਲਸਾ ਜੀ ਇਹੋ ਜਿਹੀ ਗੱਲ ਕਿੱਥੇ, ਨਾ ਕੋਈ ਯਾਦ ਮਾਤਾ ਜੀ ਨੂੰ। ਪਰ ਉਹ ਪਾਪੀ ਜਿਹੜਾ ਆਉਂਦਾ ਉਹਨੂੰ ਬਹਾਨਾ ਚਾਹੀਦਾ ਹੈ ਨਾ ਪਾਪ ਕਮਾਉਣ ਵਾਸਤੇ, ਤੇ ਉਹ ਬਹਾਨਾ ਬਣਾਉਂਦੀ ਹੈ ਕਿ ਮੈਨੂੰ ਵੀ ਇਹਨਾਂ ਦੇ ਘਰ ਨਾਲ ਬੜਾ ਸਾਤਿਆ ਜਿਹੜਾ ਹੈ ਸਾੜਾ ਹੈ। ਉਹ ਇਹ ਹੈ ਵੀ ਇਹਨਾਂ ਦੇ ਘਰੇ ਪੁੱਤਰ ਚਾਹੇ ਵਡਾਲੀ ਵਿੱਚ ਹੀ ਜੰਮਿਆ ਸੀ, ਮਾਤਾ ਗੰਗਾ ਜੀ ਨੂੰ ਚਾਹੀਦਾ ਸੀ ਮੈਨੂੰ ਮੂੰਹ ਮੰਗਿਆ ਦਿੰਦੀ, ਪਰ ਇਹਨਾਂ ਚੰਗਾ ਨਹੀਂ ਕੀਤਾ। ਤੇ ਬੀਬੀ ਕਰਮੋਂ ਜਿਹੜਾ ਕੰਮ ਤੂੰ ਮੈਨੂੰ ਤੈਂ ਸੌਂਪਿਆ ਉਹ ਤਾਂ ਮੇਰੇ ਮਨ ਭਾਉਂਦਾ, ਮੇਰਾ ਵੀ ਬੜਾ ਇਸ ਕੰਮ ਨੂੰ ਤਿਲਤ ਕਰਦਾ ਹੈ। ਕਰੇ ਹਾਂ ਮੈਂ ਅਬ ਬਿਲਮ ਬਿਸਾਰ। ਤੇ ਮੈਂ ਦੇਰੀ ਕਰੇ ਤੋਂ ਬਿਨਾ ਤੇਰਾ ਇਹ ਕੰਮ ਕਰ ਦੇਵਾਂਗੀ। ਚਿੰਤਾ ਰੰਚਕ ਹੂੰ ਨਹਿ ਕੀਜੈ। ਮੇਰੇ ਹੁੰਦਿਆਂ ਹੁਣ ਰੰਚਕ ਰਾਈ ਮਾਤਰ ਵੀ ਚਿੰਤਾ ਨਾ ਕਰੀ। ਨਿਸ਼ਚੈ ਲਖਾ ਸੁਧਾਰੀ ਕਾਰ। ਤੇ ਮਨ ਵਿੱਚ ਭਰੋਸਾ ਕਰ ਲੋ ਬੀਬੀ ਵੀ ਇਹ ਤਾਂ ਕੰਮ ਤੇਰਾ ਹੋਇਆ ਜਾਣ, ਵੀ ਹਰਗੋਬਿੰਦ ਸਾਹਿਬ ਤਾਂ ਮਾਰਿਆ ਜਾਣ ਲੈ ਤੂੰ। ਮੇਰੋ ਦਰੋਹ ਪ੍ਰਥਮ ਹੀ ਤਿਨ ਸੋ। ਕਿਉਂਕਿ ਮੇਰਾ ਪਹਿਲਾਂ ਹੀ ਵੈਰ ਹੈ ਉਹਨਾਂ ਦੇ ਘਰ ਦੇ ਨਾਲ। ਅਪਰ ਧਾਏ ਕੋਲੀਨ ਹਕਾਰ। ਵੀ ਉਹਨਾਂ ਸਾਹਿਬਜ਼ਾਦੇ ਦੇ ਜਨਮ ਵੇਲੇ ਮੈਨੂੰ ਛੱਡ ਕੇ ਤੇ ਹੋਰ ਕਿਸੇ ਦਾਈ ਨੂੰ ਆਪਣੇ ਘਰ ਵਿੱਚ ਸੱਦਿਆ ਹੈ। ਨਹੀਂ ਆਵਾਹਨ ਮੌਕਾ ਕੀ ਨਸਨੈ ਹੈ। ਤੇ ਮੈਨੂੰ ਇੱਕ ਵਾਰ ਵੀ ਇਹਨਾਂ ਸੱਦਾ ਨਹੀਂ ਭੇਜਿਆ, ਘਰ ਵਿੱਚ ਬੁਲਾਇਆ ਤੱਕ ਨਹੀਂ ਹੈ। ਨਹਿ ਕੁਛ ਦੀਨ ਸਬਾਹ ਬੁਰੇ ਯਾਰ। ਤੇ ਇਸ ਤਰ੍ਹਾਂ ਵੀ ਮੈਨੂੰ ਕੁਝ ਵੀ ਨਹੀਂ ਦਿੱਤਾ, ਇਹ ਬੁਰੇ ਬਹੁਤ ਫਿਰ ਮਾੜੀ ਕੀਤੀ ਹੈ ਮਾਤਾ ਗੰਗਾ ਜੀ ਨੇ। ਮੈਨੂੰ ਨਾ ਸੱਦਾ ਭੇਜਿਆ, ਜੇ ਪੁੱਤਰ ਚਲੋ ਜੰਮ ਪਿਆ ਹੈ ਬਾਲ ਹੋਇਆ ਤੇ ਬਾਅਦ ਵਿੱਚ ਹੀ ਮੈਨੂੰ ਸੱਦਾ ਭੇਜ ਦਿੰਦੇ, ਕੁਝ ਨਾ ਕੁਝ ਮੈਨੂੰ ਦਿੰਦੇ, ਲਾਗ ਆਦਿਕ ਦੇ ਲੈ ਲੈਂਦੇ। ਲੱਗਿਆ ਹੈ ਸੂਲ ਮੁਝ ਤਿਨ ਕੇ ਮੰਗਲ। ਤੇ ਮਾਤਾ ਗੰਗਾ ਜੀ ਨੇ ਚੰਗਾ ਨਹੀਂ ਕੀਤਾ। ਇਸ ਕਰਕੇ ਇਹ ਭੈਣ ਹੈ ਬੀਬੀ ਕਰਮੋਂ, ਮੇਰਾ ਵੀ ਉਹਨਾਂ ਦੇ ਘਰ ਨਾਲ ਓਨਾ ਹੀ ਵੈਰ ਜਿੰਨਾ ਤੇਰਾ ਹੈ। ਤੇ ਜਾਣ ਲੈ ਮਾਤਾ ਗੰਗਾ ਦੇ ਘਰ ਵਿੱਚ ਪੁੱਤਰ ਜੰਮੇ ਦੀ ਖੁਸ਼ੀ ਜਿਹੜੀ ਆ ਉਹ ਮੈਨੂੰ ਐਵੇਂ ਜਿਵੇਂ ਸੂਲ ਖੁੱਭ ਜਾਂਦੀ ਹੈ, ਸੂਲੀ ਦੀ ਪੀੜ ਵਰਗੀ ਹੈ। ਜੇ ਸੋ ਹੱਥ ਹੋਏ ਮਹਾ ਸੁਖ ਮੋਹੇ। ਤੇ ਜਦੋਂ ਹਰਗੋਬਿੰਦ ਸਾਹਿਬ ਮਾਤਾ ਗੰਗਾ ਦੇ ਪੁੱਤਰ ਨੂੰ ਮਾਰਾਂਗੀ ਫੇਰ ਜਾ ਕੇ ਮੇਰੇ ਕਲੇਜੇ ਠੰਡ ਪੈਣੀ ਹੈ। ਭਇਓ ਪਰੋਸ ਲਖੀ ਬੁੱਧ ਦੀਰਘ। ਤੇ ਇਹ ਭਰੋਸਾ ਜਿਹੜਾ ਵੈ ਜਾਣਨਾ ਕਰ, ਜਿਹੜੀ ਵੱਡੀ ਦੀਰਘ ਬੁੱਧੀ ਲੰਮੀ ਬੁੱਧੀ ਹੈ। ਤੁਜ ਹੀ ਤੇ ਕਾਰਜ ਸਿੱਧ ਹੋਏ। ਭਾਵੇਂ ਬੀਬੀ ਜਿਹੜੀ ਪ੍ਰਿਥੀ ਤੂੰ ਛੱਡ ਗਿਆ ਪੰਕਤੀ, ਅੱਖਾਂ ਖੋਲ ਕੇ ਪੜ੍ਹ ਦੁਬਾਰਾ। ਪ੍ਰਿਥੀਏ ਕੀ ਬਾਮਾ ਸਭ ਸੁਨ ਕਹਿ ਕਹੈ। ਹਾਂ, ਪ੍ਰਿਥੀ ਚੰਦ ਦੀ ਇਹ ਜਦੋਂ ਫਿਰ ਮਾਈ ਦਾਸੀ ਜਿਹੜੀ ਵਾ ਨਾ, ਇਹ ਬੀਬੀ ਸੋਭੀ, ਇਹ ਜਿਹੜੀ ਦਾਸੀ ਹੈ ਜਾਂ ਇਹ ਦਾਈ ਹੈ, ਇਹ ਆਂਦੀ ਹੈ ਵੀ ਤੂੰ ਕੰਮ ਹੋਇਆ ਹੀ ਜਾਣ, ਵੀ ਮੇਰਾ ਵੀ ਉਨਾ ਹੀ ਵੈਰ ਆ ਜਿੰਨਾ ਤੇਰਾ ਹੈ ਬੀਬੀ ਕਰਮੋ। ਜਦੋਂ ਇਹੋ ਜਿਹੇ ਬਚਨ ਸੁਣੇ ਨਾ ਬੀਬੀ ਕਰਮੋ ਨੇ, ਤੇ ਸੁਣ ਕੇ ਸਾਰੀ ਗੱਲਬਾਤ ਤੇ ਬੀਬੀ ਕਰਮੋ ਇਸ ਨੂੰ ਬੋਲੀ ਹੈ। ਕਹੈ ਕੈ ਸਾਧ ਸਾਧ ਬਹੁ ਤੋਹੇ। ਆਖਿਆ ਸਾਧ ਸਾਧ ਭਾਵ ਸ਼ਾਬਾਸ਼ ਸ਼ਾਬਾਸ਼ ਮੇਰੀ ਭੈਣ, ਸ਼ਾਬਾਸ਼ ਹੋਵੇ ਤੇਰੇ। ਭਇਓ ਭਰੋਸ ਲਖੀ ਬੁੱਧ ਦੀਰਘ। ਵੀ ਮੈਨੂੰ ਪੂਰਾ ਭਰੋਸਾ ਹੈ, ਮੈਂ ਜਾਣਿਆ ਵੀ ਤੂੰ ਬੜੀ ਤੇਜ਼ ਤਰਾਰ ਤੇ ਚੁਸਤ ਇਸਤਰੀ ਹੈ। ਤੁਜ ਹੀ ਤੇ ਕਾਰਜ ਸਿੱਧ ਹੋਏ। ਇਹ ਕੰਮ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ,
ਤੇਰੇ ਵਰਗੀ ਤੇਜ ਤਰਾਰ ਦੇ ਹੀ ਕੰਮ ਜਿਹੜਾ ਕਰਨ ਵਾਲਾ ਤੇਥੋਂ ਹੀ ਸਿੱਧ ਹੋਣ ਵਾਲਾ ਕੰਮ ਹੈ। ਇਸ ਪ੍ਰਕਾਰ ਨਿਸ਼ਚੈ ਕਰ ਦੋਨਾ। ਤੇ ਇਸ ਤਰ੍ਹਾਂ ਦਾ ਨਿਸ਼ਚਾ ਜਿਹੜਾ ਇੱਕ ਦੂਜੇ ਤੇ ਭਰੋਸਾ ਕੀਤਾ ਤੇ ਮਤਾ ਪਕਾ ਕਰਕੇ ਇਹਨਾਂ ਦੋਹਾਂ ਨੇ ਦੁਰਬੁੱਧਾ ਗਨ ਪਾਪ ਅਰੋਹੇ। ਆ ਖੋਟੀ ਬੁੱਧੀ ਵਾਲੀਆਂ ਦੋਵੇਂ ਹੀ ਪਾਪਾਂ ਦੇ ਵਿੱਚ ਗਲਤਾਨ ਜਿਹੜੀਆਂ ਹੋਈਆਂ ਇਹ ਦੋਵਾਂ ਜਿਹੜਾ ਬੀਬੀ ਕਰਮੋ ਨੇ ਮੰਦੀ ਮਤ ਵਾਲੀ ਨਾ ਦੋਵਾਂ ਨੇ ਜਿਨ੍ਹਾਂ ਦੇ ਉੱਪਰ ਸਾਰੇ ਪਾਪ ਸਿਰ ਚੜ ਕੇ ਬੋਲ ਰਹੇ ਐ। ਮਤਾ ਪਕਾ ਲਿਆ, ਸਲਾਹ ਕੀਤੀ ਹੈ। ਲੈ ਕੁਛ ਦਰਬ ਸਦਨ ਮਹਿ ਆਈ। ਇਹ ਬੀਬੀ ਜਿਹੜੀ ਵੈ ਉਹ ਦਾਈ ਸੀਗੀ ਸੋਭੀ ਲੈ ਕੇ ਨਾ ਮਾਇਆ 100 ਕੁ ਰੁਪਈਆ ਕੁਝ ਕੱਪੜੇ ਲੈ ਕੇ ਬੀਬੀ ਕਰਮੋ ਤੋਂ ਆਪਣੇ ਘਰ ਵਾਪਸ ਪਰਤੀ ਹੈ। ਰੰਗਦਾਰ ਅੰਬਰ ਤਨ ਧਾਰ। ਤੇ ਵਡਾਲੀ ਜਾਣ ਵਾਸਤੇ ਫਿਰ ਤਿਆਰੀ ਕੀਤੀ, ਇਸ਼ਨਾਨ ਪਾਣ ਕਰਕੇ ਤੇ ਚੰਗਾ ਸੂਹਾ ਮਹਿੰਗਾ ਬਸਤਰ ਇਹਨੇ ਜਿਹੜਾ ਮਾਤਾ ਇਹ ਜਿਹੜੀ ਬੀਬੀ ਕਰਮੋਂ ਤੋਂ ਲੈ ਕੇ ਨਾ ਚੰਗਾ ਬੇਸ਼ਕੀਮਤੀ ਮਹਿੰਗਾ ਬਸਤਰ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਸਧਾਰਨ ਜੀ ਮਾਈ ਹੈ, ਕੋਈ ਪੜਾ ਲਾਗੇ ਨਾ ਜਾਣ ਦੇਵੇ। ਤੇ ਬੜੀ ਅਮੀਰ ਘਰਾਣੇ ਦੀ ਬਣ ਕੇ ਚੱਲੀ ਹੈ। ਚੰਗਾ ਬੇਸ਼ਕੀਮਤੀ ਸੂਹਾ ਬਸਤਰ ਪਹਿਨ ਲਿਆ ਹੈ। ਰੁਚਿਰ ਬਿਭੂਖਣ ਪਹਿਰੇ ਰੁਚਕਾਰ। ਤੇ ਬੜਾ ਪ੍ਰੇਮ ਦੇ ਨਾਲ ਚੰਗੇ ਮਹਿੰਗੇ ਜਿਹੜੇ ਗਹਿਣੇ ਭਾਰੇ ਆਪਣੇ ਗਲ ਵਿੱਚ ਪਾਏ ਅੰਗਾਂ ਤੇ ਪਹਿਨ ਲਏ ਐ ਤੇ ਚੰਗਾ ਮਹਿੰਗਾ ਸੂਟ ਪਾ ਲੈਣਾ ਕੀਤਾ ਹੈ। ਮੁਖ ਪਖਾਰ ਦ੍ਰਿਗ ਅੰਜਨ ਡਾਰ। ਤੇ ਐ ਮੂੰਹ ਮਾ ਲਿਸ਼ਕਾ ਕੇ ਨੇਤਰਾਂ ਦੇ ਵਿੱਚ ਇਹਨੇ ਜਿਹੜਾ ਹੈ ਕਜਲ ਆਦਿਕ ਪਾਉਣਾ ਕੀਤਾ ਹੈ। ਜ਼ਹਿਰ ਅਜਾਹਰ ਕਰ ਲੈ ਰਗਿਓ। ਤੇ ਆਪਣੇ ਹੱਥ ਦੇ ਵਿੱਚ ਫਿਰ ਜ਼ਹਿਰ ਲੈ ਕੇ ਚੰਗੀ ਤਰ੍ਹਾਂ ਨੂੰ ਪੀਸ ਲੈਣਾ ਕੀਤਾ ਹੈ। ਨਿਜ ਅਸਤਨ ਜੋਗ ਲੇਪ ਸੁਧਾਰ। ਤੇ ਜਿਸ ਕਾਰਜ ਨੂੰ ਅੰਜਾਮ ਦੇਣ ਵਾਸਤੇ ਚੱਲ ਜਾ ਰਹੀ ਹੈ ਪਹਿਲਾਂ ਹੀ ਤਰਕੀਬ ਇਹਨੇ ਸੋਚੀ ਹੋਈ ਹੈ। ਜ਼ਹਿਰ ਚੰਗੀ ਤਰ੍ਹਾਂ ਪੀਸ ਕੇ ਉਹਦਾ ਲੇਪਣ ਬਣਾ ਕੇ ਤੇ ਆਪਣੀ ਛਾਤੀ ਤੇ ਮਲ ਲਿਆ ਹੈ। ਸ਼ੁਸ਼ਕ ਕੀਨ ਪੁਨ ਅੰਗੀਆ ਪਹਿਰੀ। ਤੇ ਸੁਕਾਉਣ ਤੋਂ ਬਾਅਦ ਫਿਰ ਇਸ ਤਰ੍ਹਾਂ ਫਿਰ ਉਹ ਮਹਿੰਗੇ ਬੇਸ਼ਕੀਮਤੀ ਸੂਟ ਤੇ ਗਹਿਣੇ ਪਹਿਨ ਕਰਕੇ ਪੰਥ ਵਡਾਲੀ ਕੇ ਪਗ ਤਾਰ। ਤੇ ਵਡਾਲੀ ਨੂੰ ਇਹ ਤੁਰੀ ਹੈ ਪਾਪਣ ਜਿਹੜੀ ਸੋਭੀ ਨਾਮ ਦੀ ਦਾਈ ਹੈ। ਦਰਬ ਲੋਭ ਤੇ ਚਾਂਪ ਚੌਗਨੀ। ਤੇ ਲਾਲਚ ਹੁਣ 100 ਰੁਪਈਆ ਉਹਨੇ ਸਮੇਂ ਦਾ ਬਹੁਤ ਸੀਗਾ। ਮਾਇਆ ਮਿਲੀ ਇਹਨੂੰ ਖੁੱਲੀ ਤੇ ਬੜੀ ਉਤਸ਼ਾਹ ਤੇ ਖੁਸ਼ ਹੁੰਦੀ ਜਾ ਰਹੀ ਵੀ ਉਤੋਂ ਬੜੀਆਂ ਢੇਰੀਆਂ ਮਿਲਣ ਵਾਲੀਆਂ ਹਨ। ਹੱਥ ਸੇਸ ਕੋ ਮੈਂ ਲਿਓ ਇਨਾਮ। ਤੇ ਮੈਂ ਛੇਤੀ ਮਾਰ ਕੇ ਮਾਤਾ ਗੰਗਾ ਦੇ ਪੁੱਤਰ ਨੂੰ ਤੇ ਵੱਡਾ ਇਨਾਮ ਪ੍ਰਿਥੀ ਚੰਦ ਦੇ ਘਰੋਂ ਬੀਬੀ ਕਰਮੋਂ ਤੋਂ ਲਵਾਂਗੀ। ਸਕਲ ਆਰਬਲ ਕੀ ਗੁਜਰਾਨ। ਤੇ ਤੁਰੀ ਜਾਂਦੀ ਹੈ ਵਡਾਲੀ ਨੂੰ ਨਾਲੇ ਸੋਚਦੀ ਜਾਂਦੀ ਹੈ ਵੀ ਇੰਨਾ ਧਨ ਮਿਲ ਜਾਣਾ ਮੈਨੂੰ, ਮੇਰੀ ਸਾਰੀ ਉਮਰ ਸੌਖੀ ਲੰਘ ਜਾਣੀ, ਲੋਕਾਂ ਦੇ ਘਰਾਂ 'ਚ ਕੰਮ ਕਰਨ ਦੀ ਲੋੜ ਨਾ ਪਵੇਗੀ। ਜੋ ਹੋਏ ਹੈ ਮੋਹੇ ਕਰੇ ਇਸ ਕੰਮ। ਜੇ ਮੇਰਾ ਕੰਮ ਪੂਰਾ ਹੋ ਗਿਆ ਤੇ ਇੰਨਾ ਧਨ ਮੈਨੂੰ ਮਿਲ ਜਾਣਾ ਵੀ ਸਾਰੀ ਉਮਰ ਮੈਨੂੰ ਮੁੱਕਣਾ ਨਹੀਂ, ਵਿਹਲੀ ਬੈਠ ਕੇ ਖਾਵਾਂਗੀ। ਇਤ ਗੰਗਾ ਨੇ ਕਰ 40 ਵਰਤ ਹੈ। ਇੱਧਰ ਫਿਰ ਜਦੋਂ ਮਾਤਾ ਗੰਗਾ ਜੀ ਜਦੋਂ 40 ਕੁ ਦਿਨ ਪੂਰੇ ਹੋ ਗਏ, ਸਵਾ ਮਹੀਨਾ ਬਾਲਕ ਪੈਦਾ ਹੋਏ ਪੂਰਾ ਕੀਤਾ। ਵਰਤ ਹੈ ਬੰਸ ਰੀਤ ਅਭਿਰਾਮ। ਤੇ ਉਹਨਾਂ ਸਵਾ ਮਹੀਨੇ ਭਾਵ 40 ਕੁ ਦਿਨ ਵਿੱਚ ਜਿਹੜੀ ਸੋਢੀਆਂ ਦੀ ਵੰਸ਼ ਦੀ ਕੋ ਰੀਤ ਮਰਿਆਦਾ ਉਸੇ ਵਿੱਚ ਮਾਤਾ ਜੀ ਵਰਤੇ ਹਨ। ਨਿਤ ਪ੍ਰਾਤ ਉਤਸਾਵ ਨਏ ਨਏ ਬਾਹ। ਤੇ ਰੋਜ਼ ਨਵੇਂ ਤੋਂ ਨਵੇਂ ਉਤਸ਼ਾਹ ਹੋ ਰਹੇ, ਘਰ ਦੇ ਵਿੱਚ ਖੁਸ਼ੀਆਂ ਰੋਜ਼ ਆਉਂਦੀਆਂ ਜਾਂਦੀਆਂ ਸੰਗਤਾਂ ਪਾਸੋਂ। ਪ੍ਰਿਯ ਸੁਤ ਜਬ ਕੋ ਜਨਮਿਓ ਧਾਮ। ਤੇ ਜਦੋਂ ਦਾ ਹਰਗੋਬਿੰਦ ਸਾਹਿਬ ਮਹਾਰਾਜ ਪਿਆਰਾ ਪੁੱਤਰ ਮਾਤਾ ਗੰਗਾ ਜੀ ਦਾ ਘਰ ਜਨਮਿਆ ਹੈ, ਭਇਓ ਆਨੰਦ ਬਿਲੰਦ ਨੰਦ ਤੇ ਬਹੁਤ ਭਾਰੀ ਇਸ ਸ੍ਰੇਸ਼ਟ ਪੁੱਤਰ ਦੇ ਪਾਸੋਂ ਖੁਸ਼ੀਆਂ ਖੇੜੇ ਆਨੰਦ ਘਰ ਵਿੱਚ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਨੂੰ ਪ੍ਰਾਪਤ ਹੋ ਰਹੇ ਹੈ। ਦਰਬ ਬ੍ਰਿੰਦ ਤੇ ਲੇਤ ਅਸੀਸ। ਸਿੱਖਾਂ ਨੂੰ ਖੁੱਲੀ ਮਾਇਆ ਜਾਂ ਜਿਹੜੇ ਕੋਈ ਜਾਚਕ ਹੈ ਉਹਨਾਂ ਨੂੰ ਖੁੱਲੀ ਮਾਇਆ ਦਿੱਤੀ ਜਾ ਰਹੀ, ਬਸਤਰ ਦਿੱਤੇ ਜਾ ਰਹੇ ਹੈ ਤੇ ਉਹ ਸਿੱਖਿਆ ਜਾਂਦੇ ਹੋਏ ਅਸ਼ੀਸ਼ਾਂ ਦੇ ਕੇ ਜਾਂਦੇ ਆ ਬਾਲਕ ਨੂੰ। ਬਾਹ ਗ੍ਰਾਮਨ ਕੀ ਬਾਮ ਆਏ ਕਰ। ਤੇ ਬੜੇ ਲਾਗੇ ਪਿੰਡਾਂ ਦੀਆਂ ਮਾਈਆਂ ਪਹੁੰਚਦੀਆਂ ਹਨ। ਸੇਸ ਅਭਿਰਾਮ ਧਾਮ ਮਹਦੀਸ। ਤੇ ਆਖਦੀਆਂ ਕਿ ਇਹ ਮਾਤਾ ਗੰਗਾ ਬਹੁਤਾ ਹੀ ਜਿਹੜਾ ਸੋਹਣਾ ਸੁੰਦਰ ਹੈ ਤੁਹਾਡਾ ਪੁੱਤਰ। ਤੇ ਆ ਕੇ ਬੱਚੇ ਦੇ ਦਰਸ਼ਨ ਕਰਦੀਆਂ ਧਾਮ ਮਹਦੀਸ। ਤੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਵਿੱਚ ਦਰਸ਼ਨ ਕੀਤੇ ਜਾਂਦੇ ਆ। ਲਾਗੇ ਦੀਆਂ ਮਾਈਆਂ
ਤੇ ਹੋਰ ਸਿੱਖ ਜਿਹੜੇ ਮਹਾਰਾਜ ਪਾਸ ਆਉਂਦੇ ਆ, ਮਾਈਆਂ ਮਾਤਾ ਗੰਗਾ ਜੀ ਪਾਸ ਪਹੁੰਚਦੀਆਂ ਤੇ ਬਾਲਕ ਦੇ ਦਰਸ਼ਨ ਕਰਦੇ ਆ, ਖੁਸ਼ ਹੁੰਦੇ, ਅਸੀਸਾਂ ਦਿੰਦੇ ਸਾਰੇ। ਸਾਦਰ ਤਿਨ ਕੋ ਬਾਛਤ ਬਖਸ਼ਤ। ਮਾਤਾ ਗੰਗਾ ਜੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਯਥਾ ਯੋਗ ਹੁੰਦਾ ਹੈ, ਅਧਿਕਾਰੀ ਜਾਣ ਕੇ ਮੂੰਹ ਮੰਗਿਆ ਜੋ ਦਾਨ ਸੱਚੇ ਪਾਤਸ਼ਾਹ ਬਖਸ਼ਦੇ ਆ। ਮਾਤਾ ਗੰਗਾ ਜੀ ਮਾਈਆਂ ਨੂੰ ਵੰਡ ਰਹੇ ਸਭ ਕੁਝ। ਦਰਤ ਮਾਤ ਨਹਿ ਕਹਿ ਦੁਰ ਸੀਸ। ਭਾਵ ਜਿੰਨੀ ਕੋ ਚੀਜ਼ ਮੰਗਦਾ ਹੈ ਨਾ, ਮਾਤਾ ਗੰਗਾ ਜੀ ਉਵੇਂ ਹੀ ਫੜਾ ਦਿੰਦੇ ਆ। ਤੇ ਮਨ ਵਿੱਚ ਡਰਦੇ ਆ ਵੀ ਮਤਾ ਕਿਤੇ ਕੋਈ ਰੁੱਸ ਜਾਵੇ, ਜਿਹੜਾ ਵੈ ਉਹ ਜਾਚਕ ਕੋ ਮੰਗਤਾ, ਮਨ ਵਿੱਚ ਕਿਤੇ ਕ੍ਰੋਧ ਆਵੇ ਕਿਸੇ ਦੇ, ਕਿਤੇ ਮੇਰੇ ਪੁੱਤ ਨੂੰ ਕੋਈ ਮਾੜੀ ਸੀਸ ਨਾ, ਅਸੀਸ ਵੱਧ ਸੀਸ ਨਾ ਦੇ ਦੇਵੇ। ਇਉਂ ਡਰਦੇ ਆ ਮਾਤਾ ਗੰਗਾ ਜੀ, ਜਿਵੇਂ ਕੋਈ ਕਹਿੰਦਾ ਮੰਗਦਾ ਉਵੇਂ ਹੀ ਦੇ ਦਿੰਦੇ ਹਨ। ਸ਼੍ਰੇਯ ਸਹਿਤ ਜਿਮ ਚਹਿਤ ਕਹਿਤ ਬਚ। ਜਿਵੇਂ ਕੋਈ ਮੁਕਤੀ ਦੇ ਸਹਿਤ ਜਦੋਂ ਕੋਈ ਬਚਨ ਕਹਿੰਦਾ ਹੈ। ਲਹਿਤ ਮਹਿਤ ਮੁਦ ਕਰ ਬਖਸ਼ੀਸ਼। ਤੇ ਮਾਤਾ ਗੰਗਾ ਜੀ ਉਸੇ ਤਰ੍ਹਾਂ ਖੁੱਲੀ ਜਿਹੜੀ ਮਾਇਆ ਜਾਂ ਜੋ ਵੀ ਕੋਈ ਮੰਗਦਾ ਦਿੰਦੇ ਆ, ਇੱਛਾ ਰੱਖ ਕੇ ਵੀ ਕਿਤੇ ਕੋਈ ਬਾਦਸ਼ੀਸ ਨਾ ਸਾਡੇ ਬਾਲ ਹਰਗੋਬਿੰਦ ਸਾਹਿਬ ਨੂੰ ਦੇ ਦੇਵੇ। ਇੰਨਾ ਮਾਇਆ ਮੈਂ ਜਾਂ ਇੰਨਾ ਦਾਨ ਕਰਾਂ ਵੀ ਸਾਰੇ ਮੇਰੇ ਪੁੱਤਰ ਨੂੰ ਅਸੀਸਾਂ ਦਿੰਦੇ ਜਾਵਣ, ਸਭ ਖੁਸ਼ੀ ਖੁਸ਼ੀ ਜਾਵਣ ਇੱਥੋਂ। ਇਸ ਤਰ੍ਹਾਂ ਮਾਤਾ ਜੀ ਦੇ ਮਨ ਦਾ ਵਿਚਾਰ ਹੈ। ਦੁਰਾਚਾਰਨੀ ਮੰਗਲ ਸਮਏ ਆਏ ਪ੍ਰਵੇਸ਼ੀ। ਤੇ ਇੱਧਰ ਜਦੋਂ ਖੁਸ਼ੀਆਂ ਖੇੜੇ ਹੋ ਰਹੇ ਹੈ ਤੇ ਚਾਰੇ ਪਾਸੇ ਸਿੱਖ ਸੰਗਤਾਂ ਬਹੁਤ ਆਨੰਦ ਵਿੱਚ ਹੈ। ਇਹ ਜਿਹੜੇ ਖੋਟੇ ਆਚਾਰਨ ਵਾਲੀ ਜਿਹੜੀ ਪਾਪਣ ਹੈ ਨਾ, ਸੋਭੀ ਨਾਮ ਦੀ ਦਾਈ, ਆਣ ਮਹਾਰਾਜ ਦੇ ਚਾਰ ਪਾਸੇ ਖੁਸ਼ੀਆਂ ਹੋ ਰਹੀਆਂ ਘਰ ਵਿੱਚ, ਤੇ ਖੁਸ਼ੀਆਂ ਦੇ ਵਿੱਚ ਇਸ ਪਾਪਣ ਨੇ ਆਣ ਦਸਤਕ ਦਿੱਤੀ ਹੈ, ਘਰ ਆਣ ਵੜੀ ਹੈ। ਆਏ ਪ੍ਰਵੇਸ਼ੀ ਗੁਰੂ ਨਕੇਤ। ਤੇ ਗਰੀਬ ਨਵਾਜ ਦੇ ਘਰ ਵਿੱਚ ਆਣ ਪ੍ਰਵੇਸ਼ ਕੀਤਾ ਹੈ। ਅਧਿਕ ਪੀਰ ਨਾਰਿਨ ਕੀ ਜਹੈ ਕਹਿ। ਜਿੱਥੇ ਕਿਥੇ ਵੇਖਦੀ ਹੈ ਸਭ ਪਾਸੇ ਬੜੀ ਭੀੜ ਲੱਗੀ ਹੋਈ ਹੈ ਸੰਗਤਾਂ ਦੀ। ਜਥਾ ਜੋਗ ਆਦਰ ਬਾ ਕਹ ਦੇਤ। ਤੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਯਥਾ ਯੋਗ ਹੈ, ਸਭ ਨੂੰ ਆਦਰ ਸਤਿਕਾਰ ਦੇ ਰਹੇ, ਬਿਠਾਉਂਦੇ ਆ। ਕਿਤਿਕ ਬਾਲਕ ਦਰਸ਼ਨ ਕਰਤੀ। ਤੇ ਕੁਝ ਕੁਮਾਈਆਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੰਗਤਾਂ ਦਰਸ਼ਨ ਕਰਦੀਆਂ ਹਨ। ਕਿਤਿਕ ਸਰਾਹਤ ਪ੍ਰੀਤ ਸਮੇਤ। ਤੇ ਕੁਝ ਕੁ ਸਲਾਹੁਤਾ ਕਰ ਰਹੀਆਂ ਮਾਤਾ ਗੰਗਾ ਜੀ ਦੀ, ਸਤਿਗੁਰਾਂ ਦੀ, ਇਸ ਬਾਲਕ ਹਰਗੋਬਿੰਦ ਸਾਹਿਬ ਦੀ। ਕਿਤਿਕ ਲੇਤ ਉਛੰਗ ਦੁਲਾਰਤ। ਤੇ ਕਈ ਜਿਹੜੀਆਂ ਹੈ ਉਹ ਬਾਲਕ ਨੂੰ ਜਿਹੜਾ ਚੁੱਕ ਲੈਂਦੀਆਂ ਹਨ ਤੇ ਦੁਲਾਰਤ ਲਾੜ ਲੜਾ ਲੈਂਦੀਆਂ ਮਾਤਾ ਗੰਗਾ ਜੀ ਦੇ ਕਮਰੇ ਵਿੱਚ। ਕਿਤਿਕ ਬਿਗਸਤ ਦੰਤ ਨਸੇਤ। ਤੇ ਕਈ ਚਿੱਟੇ ਦੰਦ ਕੱਢ ਕੱਢ ਕੇ ਉੱਥੇ ਮਾਈਆਂ, ਜਿੱਥੇ ਮਾਈ ਪਹੁੰਚੀ ਹੈ ਮਾਤਾ ਗੰਗਾ ਜੀ ਦੇ ਆਵਾਸ ਵਿੱਚ, ਉੱਥੇ ਹੱਸਦੀਆਂ ਹਨ। ਦੋਹਰਾ ਬਸਤਰ ਵਿਭੂਖਣ ਦੇਖ ਸ਼ੁਭ। ਤੇ ਇਹਨੂੰ ਆਇਆਂ ਨੂੰ ਧੰਨ ਮਾਤਾ ਗੰਗਾ ਜੀਆਂ ਨੇ ਸੋਹਣੇ ਚੰਗੇ, ਹੁਣ ਸੂਟ ਸੁੱਟਿਆ ਸੀ ਇਹਨੇ ਮਹਿੰਗਾ ਬੇਸ਼ਕੀਮਤੀ, ਬੀਬੀ ਕਰਮੋਂ ਤੋਂ ਲੈ ਕੇ ਆਈ ਜੂ ਪਾਪ ਕਰਨਾ, ਤੇ ਚੰਗਾ ਬੇਸ਼ਕੀਮਤੀ ਸੂਟ ਉੱਪਰ ਗਹਿਣਿਆਂ ਦੇ ਨਾਲ ਲੱਦੀ ਏ। ਮਾਈ ਨੂੰ ਆਇਆ ਵੇਖ ਕੇ ਮਾਤਾ ਗੰਗਾ ਜੀ ਜਾਣਿਆ ਵੀ ਸ਼ਾਇਦ ਕਿਸੇ ਕਸਬੇ ਦੀ ਪਟਰਾਣੀ ਹੋਵੇ, ਤੇ ਜਾਣ ਕੇ ਮਾਤਾ ਗੰਗਾ ਜੀਆਂ ਬੜਾ ਆਦਰ ਸਤਿਕਾਰ ਕੀਤਾ ਹੈ। ਆਦਰ ਸਾਥ ਬਿਠਾਏ। ਉਹ ਆਪਣੇ, ਕਿਉਂਕਿ ਉਹ ਮਾਤਾ ਗੰਗਾ ਜੀ ਭੈ ਤਾਂ ਮੰਨਦੇ ਸੀ ਬੀਬੀ ਕਰਮੋਂ ਤੋਂ, ਪਰ ਹੁਣ ਇਹਨੂੰ ਵੇਖ ਕੇ ਲੱਗਦਾ ਥੋੜਾ ਵੀ ਇੰਨੇ ਗਹਿਣੇ ਲੱਦੇ ਹੋਏ ਤੇ 100 ਰੁਪਏ ਪਿੱਛੇ ਬਾਲਕ ਮਾਰਨਾ ਆਵੇਗੀ। ਤੋ ਇਹਨੇ ਵੇਸ ਹੀ ਐਸਾ ਬਣਾਇਆ ਹੋਇਆ ਵੀ ਸ਼ੱਕ ਨਾ ਕੋਈ ਕਰੇ। ਤੇ ਮਾਤਾ ਗੰਗਾ ਜੀ ਨੇ ਆਇਆ ਹੋਇਆਂ ਨੂੰ ਵੇਖ ਕੇ ਤੇ ਸੋਹਣਾ ਜਗ੍ਹਾ ਦਿੱਤੀ ਬੈਠਣ ਨੂੰ, ਆਪਣੇ ਕਮਰੇ ਵਿੱਚ ਬਿਠਾ ਲਿਆ ਹੈ। ਇਸਤਰੀਨ ਕੇ ਸਮੁਦਾਇ ਮੈਂ। ਤੇ ਜਿੱਥੇ ਸਾਰੀਆਂ ਮਾਈਆਂ ਮਾਤਾ ਜੀ ਦੇ ਪਾਸ ਆਈਆਂ ਬੈਠੀਆਂ ਹਨ। ਪੁੱਤਰਨ ਬਾਤ ਚਲਾਏ। ਤੇ ਉਹਨਾਂ ਇਸਤਰੀਆਂ ਨੇ ਆਪਸ ਵਿੱਚ ਚਲੋ ਗੱਲਾਂ ਕਰਦੀਆਂ, ਕਦੇ ਕਦੇ ਹੋਰ ਗੱਲ ਛਿੜਦੀ ਹੈ। ਤੇ ਇਹ ਬੀਬੀ ਨੇ ਆ ਕੇ ਫਿਰ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲ ਛੇੜੀ। ਮਾਤਾ ਬਹੁਤ ਸੋਹਣਾ ਪੁੱਤਰ ਹੈ ਤੁਹਾਡਾ, ਬੜਾ ਸ਼੍ਰੇਸ਼ਟ, ਕਿੱਡੇ ਮੋਟੇ ਮੋਟੇ ਨੇਤਰ ਹੈ, ਕਿੱਡਾ ਭਾਰਾ ਸੋਹਣਾ ਸਡੋਲ ਸਰੀਰ ਹੈ, ਤੋ ਲੰਮੀ ਲੰਮੀ ਉਮਰਾ ਹੋਵੇ, ਜੁਗ ਜੁਗ ਜੀਵੇ। ਇਸ ਤਰ੍ਹਾਂ ਦੀਆਂ ਗੱਲਾਂ ਫਿਰ ਇਸ ਜਿਹੜੀ ਮਾਈ ਆਈ ਹੋਈ ਹੈ, ਸੋਭੀ ਨਾਮ ਦੀ ਜਿਹੜੀ ਦਾਈ ਹੈ, ਅੰਮ੍ਰਿਤਸਰ ਸਾਹਿਬ ਤੋਂ ਪ੍ਰਿਥੀ ਚੰਦ ਕਰਮੋਂ ਦੀ ਭੇਜੀ ਹੋਈ ਮਹਾਰਾਜ ਦੇ ਘਰ ਵਿੱਚ ਆਈ। ਤੋ ਰਹਿੰਦਾ ਪ੍ਰਸੰਗ ਖਾਲਸਾ ਜੀ ਕੱਲ ਦੇ ਦੀ ਬਾਣ ਵਿੱਚ, ਜਿਵੇਂ ਫਿਰ ਇਹਨੇ ਉਹ ਪਖੰਡ ਜਿਹਾ ਰਚਿਆ। ਉਹ ਪਖੰਡ ਰਚਨ ਵਾਲੀ ਕੌਣ ਹੈ ਖਾਲਸਾ ਜੀ? ਧੰਨ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਆਪ ਪਰਮੇਸ਼ਰ ਸਨ। ਤੇ ਗਰੀਬ ਨਵਾਜ ਨੇ ਅਵਤਾਰ ਹੀ ਧਾਰਿਆ ਸੀ ਪਾਪੀਆਂ ਦੇ ਨਾਸ਼ ਵਾਸਤੇ।
ਇਹ ਜਦੋਂ ਇਹ ਰਹਿਣ ਵਾਲੀ ਤਾਂ ਕਿਤੇ ਹੋਰ ਦੀ ਸੀ ਦੱਸਦੇ, ਤੇ ਅੰਮ੍ਰਿਤਸਰ ਸਾਹਿਬ ਵਿੱਚ ਜਦੋਂ ਆਈ ਹੈ ਨਾ, ਤੇ ਗਰੀਬ ਨਵਾਜ ਨੇ ਅਵਤਾਰ ਧਾਰਦਿਆਂ ਸਾਰ ਜਾਣਿਆ ਵੀ ਅੰਮ੍ਰਿਤਸਰ ਸਾਹਿਬ ਚੋਂ ਪਹਿਲਾਂ ਇਸੇ ਹੀ ਪਾਪਣ ਦਾ ਨਾਸ਼ ਕੀਤਾ ਜਾਵੇ। ਤੇ ਮਹਾਰਾਜ ਨੇ 4 ਕੁ ਦਿਨ ਪਹਿਲਾਂ ਹੀ ਆਪ ਹੀ ਦੁੱਧ ਛੱਡ ਦਿੱਤਾ ਸੀ ਮਾਤਾ ਦਾ। ਜਾਣ ਕੇ ਰੋਈ ਜਾਇਆ ਕਰਨ ਹਰਗੋਬਿੰਦ ਸਾਹਿਬ ਮਹਾਰਾਜ, ਰੋਂਦੇ ਰਿਹਾ ਕਰਨ। ਮਾਤਾ ਨੂੰ ਚਿੰਤਾ ਪਈ ਵੀ ਕੀ ਗੱਲ ਹੈ, ਤੇ ਮਹਾਰਾਜ ਨੇ ਦੁੱਧ ਤਾਂ ਛੱਡਿਆ ਸੀ ਵੀ ਵਿਧੀ ਇਹੋ ਜਿਹੀ ਬਣੇਗੀ ਵੀ ਕਿਸੇ ਤਰ੍ਹਾਂ ਉਹ ਜਿਹੜੀ ਪਾਪਣ ਹੈ ਨਾ ਡੈਡ ਨੂੰ ਪ੍ਰੇਰ ਕੇ ਇੱਥੇ ਲਿਆਉਣਾ ਹੈ, ਤੇ ਇੱਥੇ ਉਹਦਾ ਵੱਧ ਕਰਾਂਗੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਸਰੀਰ ਹੀ ਛੋਟਾ, ਖਾਲਸਾ ਜੀ ਰੂਪ ਤੇ ਜੋਤ ਤਾਂ ਉਹੀ ਹੈ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਲੀ। ਤੋ ਇਸ ਤਰ੍ਹਾਂ ਮਹਾਰਾਜ ਨੇ ਦੁੱਧ ਛੱਡ ਦੇਣਾ। ਤੇ ਫਿਰ ਇੱਧਰ ਇਹ ਲੱਭ ਰਹੇ ਸੀ ਵੀ ਕੋਈ ਮਾਈ ਭੇਜੀਏ। ਉਹ ਹੈ ਪਾਪਣ ਸੀ, ਤੇ ਪਾਪਣ ਨੇ ਇਹੋ ਜਿਹਾ ਕੰਮ ਕਰਨ ਵਾਸਤੇ ਹਾਂ ਕਰ ਦਿੱਤੀ। ਤੋ ਵਿਧੀ ਬਣਾ ਕੇ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਸੋਭੀ ਨਾਵੇਂ ਦਾਈ ਨੂੰ ਪਾਪਣ ਨੂੰ ਇੱਥੇ ਲਿਆਂਦਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਜਦੋਂ ਇਹ ਆਪ ਚਲਾਕੀ ਕਰਦੀ, ਆਖੇ ਜਿਹੜਾ ਮੇਰਾ ਦੁੱਧ ਪੀਂਦਾ ਉਹਦੀ ਲੰਮੀ ਉਮਰਾਂ ਹੁੰਦੀ, ਬੜੇ ਬੱਚੇ ਲੰਮੀ ਉਮਰਾਂ ਵਾਲੇ ਹੋਏ ਐ। ਇਸ ਤਰ੍ਹਾਂ ਦੇ ਪਾਜ ਲਿਆ ਮਾਤਾ ਗੰਗਾ, ਜੇ ਨਹੀਂ ਦੁੱਧ ਪੀਂਦਾ ਮੇਰੇ ਪਰਮੇਸ਼ਰ ਨੇ ਦੁੱਧ ਵਿੱਚ ਕੋਈ ਬਰਕਤ ਬਖਸ਼ੀ ਹੈ। ਜਿਹੜਾ ਬਾਲ ਮੇਰਾ ਦੁੱਧ ਪੀ ਲੈਂਦਾ ਹੈ ਉਹਨੂੰ ਰੋਗ ਨਹੀਂ ਕੋਈ ਲੱਗਦਾ, ਤੇ ਬਾਲਕ ਹੱਸਣ ਖੇਡਣ ਲੱਗ ਜਾਂਦੇ ਹੈ। ਤੇ ਇਹਨੇ ਮਹਾਰਾਜ ਨੂੰ ਚੁੱਕ ਲਿਆ ਆਪਣੀ ਗੋਦੀ ਵਿੱਚ। ਤੇ ਹਜ਼ੂਰ ਵੀ ਜਾਨੀ ਜਾਣ ਪਾਤਸ਼ਾਹ ਫਿਰ ਜਦੋਂ ਮਾਤਾ ਗੰਗਾ ਜੀ ਕੋਲ ਰੋਈ ਜਾਇਆ ਕਰਨ, ਤੇ ਜਦੋਂ ਇਹਨੇ ਚੁੱਕਿਆ ਮਹਾਰਾਜ ਹੱਸਣ ਲੱਗ ਜਾਇਆ ਕਰਨ। ਮਾਤਾ ਗੰਗਾ ਜੀ ਨੂੰ ਮਹਾਰਾਜ ਨੇ ਪੂਰਾ ਭਰੋਸਾ ਦਿਵਾਇਆ। ਫਿਰ ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜ਼ਹਿਰ ਵਾਲਾ ਦੁੱਧ ਪਿਆਉਣ ਲੱਗੀ, ਤੇ ਉਹ ਅੱਗੇ ਮਹਾਰਾਜ ਫਿਰ ਜਿਵੇਂ ਇਹਦਾ ਵੱਧ ਕਰਦੇ, ਉਮਰ ਛੋਟੀ, ਗੁੱਤ ਨੂੰ ਮਰੋੜਾ ਦੇ ਲਿਆ ਸੀ ਹਜ਼ੂਰ ਨੇ। ਫਿਰ ਉੱਥੇ ਫਿਰ ਮਾਰੀ ਇਹ ਪਾਪਣ ਜਿਹੜੀ, ਉਹ ਕਹਿੰਦੇ ਇਉਂ ਆ ਜਿਵੇਂ ਕ੍ਰਿਸ਼ਨ ਨੂੰ ਦੁੱਧ ਪਿਆਉਣ ਵਾਸਤੇ ਪੂਤਨਾ ਆਈ ਸੀ ਨਾ, ਦੈਂਤਨੀ ਰਾਖਸ਼ਸਨੀ, ਇਵੇਂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਲਯੁਗ ਦੇ ਵਿੱਚ ਫਿਰ ਅਵਤਾਰ ਧਾਰ ਕੇ ਗੁਰੂ ਗਰੀਬ ਨਵਾਜ ਪਰਮੇਸ਼ਰ ਨੇ, ਤੇ ਉਹ ਮਾਨੋ ਵੀ ਦੂਰੀ ਵਾਰ ਪੂਤਨਾ ਦਾ ਵੱਧ ਕੀਤਾ ਹੋਵੇ। ਉਹ ਪ੍ਰਸੰਗ ਅੱਗੇ ਜਿਵੇਂ ਆਉਂਦਾ ਉਹ ਆਪਾਂ ਸੁਣਾਂਗੇ। ਇੱਥੇ ਹੀ ਪ੍ਰਿਥੀ ਚੰਦ ਤੇ ਕਰਮ ਬਸ ਨਹੀਂ ਕੀਤੇ, ਤੋ ਪ੍ਰੋਤ ਖਰੀਦਣਾ, ਦਹੀਂ ਵਿੱਚ ਜ਼ਹਿਰ ਮਿਲਾਉਣਾ, ਸੱਪ ਸੁੱਟਣਾ ਸਪੇਰੇ ਦੁਆਰਾ, ਹੋਰ ਬੜੇ ਇਹਨਾਂ ਨੇ ਖੋਟੀਆਂ ਚਾਲਾਂ ਚੱਲੀਆਂ। ਤੋ ਪਰ ਸੱਚੇ ਪਾਤਸ਼ਾਹ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪਰਮੇਸ਼ਰ ਹਨ, ਜਿਨ੍ਹਾਂ ਦੇ ਪਿਤਾ ਗੁਰੂ ਹੈ, ਦਾਦਾ ਗੁਰੂ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਦਾ ਸਰੂਪ ਹਨ। ਉਹਨਾਂ ਨੂੰ ਖਾਲਸਾ ਜੀ ਕੀ ਮੌਤ ਦਾ ਭੈ ਹੈ, ਉਹ ਤਾਂ ਦੂਜਿਆਂ ਦੀ ਰੱਖਿਆ ਕਰਨ ਵਾਲੇ ਹੈ। ਮਹਾਰਾਜ ਦੀ ਸੋਭਾ ਦਾ ਪ੍ਰਸੰਗ ਗਾਉਂਦਿਆਂ ਸੁਣਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਕੀ ਸੰਗਤ ਅਰ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣ। ਅਗਲੀ ਕਥਾ ਅਗਲੇ ਦੀ ਬਾਣ ਵਿੱਚ ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਬਸਤਰ ਵਿਭੂਖਣ ਦੇਖ ਸ਼ੁਭ, ਆਦਰ ਸਾਥ ਬਿਠਾਏ। ਇਸ ਤ੍ਰਿਣ ਕੇ ਸਮੁਦਾਏ ਮੈਂ, ਪੁੱਤਰਨ ਬਾਤ ਚਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।